ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪਲੱਸ ਟੀਵੀ। ਇੱਕ ਤੋਂ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਦ ਐਸਟ੍ਰੋਲੋਜੀ ਸ਼ੋਅ ਦੇ ਵਿੱਚ। ਅੱਜ ਸਾਡੇ ਨਾਲ ਨੇ ਸਤਿੰਦਰ ਜੀ ਤੁਹਾਡਾ ਸਵਾਗਤ ਹੈ ਜੀ। ਸੋ ਅੱਜ ਆਪਾਂ ਗੱਲਬਾਤ ਕਰਾਂਗੇ ਵਿਆਹ ਬਾਰੇ, ਜੋ ਕਿ ਇੱਕ ਜ਼ਿੰਦਗੀ ਦਾ ਬਹੁਤ ਹੀ ਅਹਿਮ ਪੜਾਅ ਹੁੰਦਾ ਹੈ। ਤੁਹਾਨੂੰ ਕਿੱਦਾਂ ਆਪਣੇ ਜਿਹੜਾ ਜੀਵਨ ਸਾਥੀ ਹੈ ਉਹਦਾ ਚੋਣ ਕਰਨਾ ਹੁੰਦਾ ਹੈ, ਕਿਹੜੇ ਉਮਰ ਦੇ ਵਿੱਚ ਵਿਆਹ ਕਰਨਾ ਹੁੰਦਾ ਹੈ, ਅਤੇ ਉਸ ਤੋਂ ਬਾਅਦ ਦੀ ਜ਼ਿੰਦਗੀ ਬਾਰੇ। ਸੋ ਸਤਿੰਦਰ ਜੀ, ਜਿਹੜਾ ਸਭ ਤੋਂ ਵਧੀਆ ਟਾਈਮ ਹੈ ਵਿਆਹ ਦਾ, ਉਹ ਕਿਹੜਾ ਹੈ ਜੀ? ਦੇਖੋ, ਨੋਰਮਲੀ ਜਿਹੜਾ ਮੈਰਿਜ ਦੀ ਸਹੀ ਏਜ ਮੰਨੀ ਜਾਂਦੀ ਹੈ ਆਫਟਰ 20, ਜਿਹੜਾ 20 ਸਾਲ ਤੋਂ 21 ਸਾਲ ਤੋਂ ਲੈ ਕੇ ਵਿਦਨ ਕਹਿ ਲਓ 26-27 ਸਾਲ ਤੱਕ ਜਿਹੜਾ ਟਾਈਮ ਪੀਰੀਅਡ ਆ, ਇਹ ਨੋਰਮਲੀ ਕਹਿ ਲਓ ਸੋਸਾਇਟੀ ਦੇ ਅਕੋਰਡਿੰਗਲੀ ਵੀ ਜਨਰਲੀ ਅਕੋਰਡਿੰਗ ਟੂ ਦਾ ਪਲੈਨਟਸ ਇਹ ਮਤਲਬ ਬੇਸਿਕਲੀ ਪੋਜ਼ਿਟਿਵ ਫੇਸ ਮੰਨਿਆ ਜਾਂਦਾ। ਦੇਖੋ, ਕੁਛ ਤਰੀਕੇ ਨਾਲ ਜਿਹਨੂੰ ਕਹਿੰਦੇ ਨੈਚੁਰਲ ਸਿਗਨੀਫਿਕੇਸ਼ਨ ਅਸੀਂ ਕਹਿੰਦੇ ਹਾਂ ਕਿ ਗ੍ਰਹਿਾਂ ਦੀ ਇੱਕ ਨੇਚਰ ਬਣੀ ਹੋਈ ਆ ਕਿ ਕਿਸ ਤਰੀਕੇ ਨਾਲ ਜ਼ਿੰਦਗੀ ਦੇ ਨਾਲ ਰਿਜ਼ਲਟ ਦਿੰਦੇ ਆ ਸਾਨੂੰ। ਸੋ ਇੱਕ ਖਾਸ ਉਮਰ 'ਤੇ ਖਾਸ ਪਲੈਨਟ ਆ ਜਿਹੜਾ ਆਪਣਾ ਇੱਕ ਪ੍ਰਭਾਵ ਦਿੰਦੇ ਹੀ ਦਿੰਦੇ ਹੁੰਦੇ ਆ। ਸੋ ਜਿਹੜਾ ਇਹ ਪੀਰੀਅਡ ਹੁੰਦਾ ਆਫਟਰ ਸਪੈਸ਼ਲੀ 20 ਤੋਂ ਬਾਅਦ 21 ਸਾਲ 22 ਸਾਲ 23 24 25 26, ਸੋ ਬੇਸਿਕਲੀ ਇਸ ਟਾਈਮ ਪੀਰੀਅਡ ਦੇ ਵਿੱਚ ਵੀਨਸ ਦਾ ਬਹੁਤ ਨੈਚੁਰਲੀ ਅਸਲ ਦੇ ਵਿੱਚ ਇਹਦਾ ਰਿਜ਼ਲਟ ਹੁੰਦਾ। ਕੁਛ ਗ੍ਰਹਿ ਹੁੰਦੇ ਨੈਚੁਰਲੀ ਸਿਗਨੀਫਿਕੇਸ਼ਨ ਹੁੰਦੀ ਹੈ, ਜਿੱਦਾਂ ਸੈਟਰਨ ਦੀ ਸਿਗਨੀਫਿਕੇਸ਼ਨ ਆਫਟਰ 30 to 32 ਸਾਲ ਦੀ ਉਮਰ ਤੋਂ ਬਾਅਦ ਉਹਨੇ ਰਿਜ਼ਲਟ ਦੇਣਾ ਵਾ। ਰਾਹੂ ਦਾ ਰਿਜ਼ਲਟ ਆਫਟਰ 40 ਆਉਣਾ ਹੀ ਆਉਣਾ ਹੈਗਾ ਵਾ। ਮਰਕਰੀ ਦਾ ਰਿਜ਼ਲਟ ਬਿਫੋਰ ਜਿਹੜਾ 10 ਸਾਲ ਦੀ ਏਜ ਹੈਗੀ ਆ, 6-7 ਸਾਲ ਦੇ ਬੱਚੇ ਨੇ, ਉੱਥੇ ਹੋਣਾ ਹੀ ਹੋਣਾ ਆ। ਸੋ ਇਹਨੂੰ ਨੈਚੁਰਲ ਸਿਗਨੀਫਿਕੇਸ਼ਨ ਕਹਿੰਦੇ ਕਿ ਕੁਛ ਖਾਸ ਪਲੈਨਟਸ ਦੀ ਮਤਲਬ ਸਿਗਨੀਫਿਕੇਸ਼ਨ ਆ ਇੱਕ ਖਾਸ ਏਜ 'ਤੇ ਆਉਂਦੀ ਹੀ ਆਉਂਦੀ ਆ। ਸੋ ਇਹ ਜਿਹੜਾ ਏਜ ਗਰੁੱਪ ਹੁੰਦਾ ਇਹਦੇ ਵਿੱਚ ਮਤਲਬ ਇਹਨੂੰ ਬੈਸਟ ਏਜ ਮੰਨੀ ਜਾਂਦੀ ਆ ਫॉर ਦਾ ਨਵਾਂ ਕੋਈ ਰਿਲੇਸ਼ਨਸ਼ਿਪ ਸ਼ੁਰੂ ਕਰਨਾ ਜਾਂ ਮੈਰਿਜ ਕਰਨੀ। ਸੋ ਦਿਸ ਇਜ਼ ਦ ਬੈਸਟ ਸੂਟੇਬਲ ਟਾਈਮ ਫੇਸ। ਸੋ ਜਿੱਦਾਂ ਤੁਸੀਂ ਕਿਹਾ ਕਿ 20 ਤੋਂ 26-27 ਸਾਲ, 21 ਤੋਂ 27 ਸਾਲ, ਜੇ ਕੋਈ ਇਹਨਾਂ ਸਾਲਾਂ ਤੋਂ ਟੱਪ, ਨਾਰਮਲੀ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਲੋਕ ਮੈਰਿਜ ਲੇਟ ਹੀ ਕਰਾਉਂਦੇ, 30-32 35 ਵੀ ਹੋ ਜਾਂਦੇ ਨੇ। ਜੇ ਕੋਈ ਇਸ ਟਾਈਮ ਤੱਕ ਆ ਜਾਏ ਤੇ ਉਹ ਕੀ ਡਿਲੇ ਹੋ ਜਾਂਦੀ ਹੈ? ਦੇਖੋ, ਇਹਦੇ 'ਚ ਨਾ ਬਹੁਤ ਵਾਰੀ ਮਤਲਬ ਸਾਡੇ ਕੋਲ ਵੀ ਕੇਸ ਹੁੰਦੇ ਨੇ। ਨਾਰਮਲੀ ਠੀਕ ਆ, ਅੱਜ ਗੱਲ ਸਹੀ ਆ ਕਿ ਅੱਜ ਦੇ ਟਾਈਮ ਪੀਰੀਅਡ 'ਚ ਲੋਕੀ ਨਾਰਮਲੀ ਹੁਣ ਲੇਟ ਮੈਰਿਜ ਨੂੰ ਪ੍ਰੈਫਰ ਕਰਦੇ ਆ। ਕੋਈ ਕਰੀਅਰ 'ਚ ਲੱਗੇ ਰਹਿੰਦੇ ਨੇ ਜਾਂ ਲੇਟ ਮੈਰਿਜ ਕਹਿ ਲਓ ਕਰਦੇ ਨੇ। ਪਰ ਉਹਦਾ ਰਿਜ਼ਲਟ ਇਹ ਆ, ਦੇਖੋ ਜਿਹੜੇ ਸਾਡੇ ਹੋਰੋਸਕੋਪ ਦੇ ਪਲੈਨਟ ਨੂੰ ਦਸ਼ਾ ਦਾ ਸਿਸਟਮ ਕਹਿੰਦੇ ਆ। ਦਸ਼ਾ ਮਤਲਬ ਕਿਹੜੇ ਪਲੈਨਟ ਦਾ ਤੁਹਾਡੇ 'ਤੇ ਪ੍ਰਭਾਵ ਪੈ ਰਿਹਾ। ਪਹਿਲੀ ਗੱਲ ਇਹ ਹੁੰਦੀ ਹੈ ਕਿ ਉਹ ਦਸ਼ਾ ਦਾ ਲਾਰਡ ਜੇ ਤੁਹਾਡਾ ਪੋਜ਼ਿਟਿਵ ਹੈਗਾ ਡਿਊਰਿੰਗ ਦੈਟ ਟਾਈਮ ਪੀਰੀਅਡ, ਜਦੋਂ ਤੁਹਾਡਾ ਟਾਈਮ ਪੀਰੀਅਡ ਚੱਲ ਰਿਹਾ, ਜੇ ਤਾਂ ਉਹ ਮੈਰਿਜ ਦਾ ਇਵੈਂਟ ਦੇ ਰਿਹਾ ਹੋ ਜਾਂਦੀ ਹੈ, ਨਹੀਂ ਤਾਂ ਫਿਰ ਹੁੰਦੀ ਨਹੀਂ ਹੈਗੀ। ਕੁਛ ਨਹੀਂ ਤਾਂ ਖਾਸ ਜਿੱਦਾਂ ਨੈਚੁਰਲ ਸਿਗਨੀਫਿਕੇਸ਼ਨ ਕਹਿੰਦੇ ਆ ਕਿ ਤੁਹਾਡੇ ਹੋਰੋਸਕੋਪ 'ਚ 3 ਐਟਲੀਸਟ ਪਲੈਨਟ ਚਾਹੀਦੇ ਆ ਜਿਹੜੇ ਮੈਰਿਜ ਦੇ ਇਵੈਂਟ ਨੂੰ ਇੰਡੀਕੇਟ ਕਰਦੇ ਆ। ਸੋ ਅਕੋਰਡਿੰਗ ਟੂ ਜੇ ਤਾਂ ਅਸੀਂ ਇਸ ਟਾਈਮ ਫੇਸ ਦੇ ਵਿੱਚ ਆ ਜਾਈਏ, ਫਿਰ ਤਾਂ ਨੈਚੁਰਲੀ ਚਾਹੇ ਲੇਟ ਵੀ ਹੋ ਰਹੀ ਹੈ ਮੈਰਿਜ ਹੋ ਜੂਗੀ। ਪਰ ਉਹਦਾ ਇੱਕ ਰਿਸਕ ਇਹ ਹੁੰਦਾ ਵਾ, ਲੈਟਸ ਸੇ ਕੋਈ ਨਹੀਂ ਕਰਾ ਰਿਹਾ ਹੈਗਾ ਮੈਰਿਜ 26-27 ਸਾਲ ਤੱਕ ਨਹੀਂ ਕਰਾਉਂਦਾ, ਤੇ ਅਸੀਂ ਸ਼ੋਰ ਨਹੀਂ ਹੋ ਸਕਦਾ ਜਦ ਨੂੰ ਇਹਨਾਂ ਨੇ 28 ਸਾਲ ਜਾਂ 30 ਸਾਲ ਦੀ ਏਜ ਦੇ ਵਿੱਚ ਇਨਸਾਨ ਹੁਣ ਸੋਚਦਾ ਕਿ ਹੁਣ ਮੈਂ ਵਿਆਹ ਕਰਾਉਣਾ, ਪਰ ਉਸ ਟਾਈਮ ਤੇ ਉਹਦੇ ਮੈਰਿਜ ਕਰਾਉਣ ਵਾਲੇ ਪਲੈਨਟਸ ਹੀ ਨਹੀਂ ਹੈਗੇ। ਬੇਸਿਕਲੀ ਦਸ਼ਾ ਹੀ ਡਿਨਾਈ ਕਰਦੇ। ਜਿੱਦਾਂ ਹੁਣ ਗੁਰੂ ਦੀ ਦਸ਼ਾ 16 ਸਾਲ ਦੀ ਦਸ਼ਾ, ਰਾਹੂ ਦੀ ਦਸ਼ਾ 18 ਸਾਲ ਦੀ ਦਸ਼ਾ ਨੇ ਹੀ ਡਿਨਾਈ ਕਰਤਾ ਵਾ ਇਵੈਂਟ ਆਉਣਾ ਨਹੀਂ, ਮੀਨਸ ਕਿ 18 ਸਾਲ ਹੁਣ ਮੈਰਿਜ ਨਹੀਂ ਹੈਗੀ। ਸੋ ਇਸ ਲਈ ਇੱਕ ਖਾਸ ਸੈੱਟ ਆਫ ਪੀਰੀਅਡ ਜਿਹੜਾ ਆਪਾਂ ਪਹਿਲਾਂ ਡਿਸਕਸ ਕੀਤਾ, ਇਹਦੇ 'ਚ ਇੱਕ ਨੈਚੁਰਲ ਸਿਗਨੀਫਿਕੇਸ਼ਨ ਆ ਉਹ ਵੀਨਸ ਦੀ ਵੀ ਗ੍ਰਹਿ ਦਾ ਪ੍ਰਭਾਵ ਮੰਨਿਆ ਜਾਂਦਾ ਕਿ ਨਾਰਮਲੀ ਇਹ ਸਪੋਰਟ ਕਰ ਦਿੰਦਾ। ਇਸ ਚਾਹੇ ਕਿਸੇ ਦਾ ਨੋ ਮੈਰਿਜ ਦਾ ਇਵੈਂਟ ਵੀ ਹੋ ਸਕਦਾ ਦਸ਼ਾ ਦਾ ਲਾਰਡ ਵੀ ਨਿਗੇਟ ਕਰਦਾ ਹੋਵੇ, ਪਰ ਫਿਰ ਵੀ ਡਿਊਰਿੰਗ ਦਿਸ ਪੀਰੀਅਡ ਵੀਨਸ ਦਾ ਪ੍ਰਭਾਵ ਬਹੁਤ ਜ਼ਿਆਦਾ ਵੱਡਾ ਹੁੰਦਾ ਤੇ ਇਹ ਮੈਰਿਜ ਦਾ ਇਵੈਂਟ ਦੇ ਦਿੰਦਾ। ਜੇ ਅਸੀਂ ਡਿਲੇ ਕਰਦੇ ਹਾਂ ਫਿਰ ਸਾਡਾ ਰਿਸਕ ਵੱਧਦਾ ਆ। ਹੋ ਸਕਦਾ ਸਾਡੀ ਹੋ ਜਾਵੇ, ਹੋ ਸਕਦਾ ਨਾ ਹੋਵੇ, ਹੋ ਸਕਦਾ 40 ਤੋਂ ਬਾਅਦ ਹੋਵੇ, ਹੋ ਸਕਦਾ 50 ਤੋਂ ਬਾਅਦ ਹੋਵੇ, ਹੋ ਸਕਦਾ ਨਾ ਹੀ ਹੋਵੇ। ਸੋ ਸਾਡਾ ਰਿਸਕ ਹੋ ਜਾਂਦਾ ਵਾ ਕਿ ਹੋਵੇ ਨਾ ਹੋਵੇ, ਇਟ ਡਿਪੈਂਡਸ ਔਨ ਦਾ ਪਲੈਨਟ। ਜੇ ਆਪਾਂ ਮੰਨ ਲਈਏ ਕਿ ਕਿਸੇ ਦੀ ਮੈਰਿਜ ਹੁਣ ਡਿਲੇ ਹੋ ਚੁੱਕੀ ਹੈ ਜਾਂ ਡਿਲੇ ਹੋ ਗਈ ਹੈ, 35 ਤੋਂ ਉੱਤੇ ਹੋ ਗਿਆ ਜਾਂ ਇਸ ਟਾਈਮ ਪੀਰੀਅਡ ਦੇ ਵਿੱਚ ਚੱਲ ਰਿਹਾ, ਤੇ ਉਹਨਾਂ ਦੇ ਵਿਆਹ ਦੇ ਵਿੱਚ ਪ੍ਰੋਬਲਮਸ ਆ ਰਹੀ ਹੈ, ਤੇ ਉਹਨਾਂ ਬਾਰੇ ਕੀ ਮਤਲਬ ਰੈਮੀਡੀਜ਼ ਨੇ? ਦੇਖੋ, ਇਹਦੇ 'ਚ ਨਾ ਪਹਿਲਾਂ ਤਾਂ ਸਾਨੂੰ ਨਾ ਡਿਸਾਈਡਿੰਗ ਫੈਕਟਰ ਦੇਖਣਾ ਪੈਣਾ ਕਿ ਅਸਲ 'ਚ ਨਾ ਪ੍ਰੋਬਲਮ ਹੈ ਕਿਹਦੀ ਆ। ਦੇਖੋ, ਇਹਦੇ 'ਚ ਨਾ ਬਹੁਤ ਅੱਡ ਤਰ੍ਹਾਂ ਦੇ ਕਹਿ ਲਓ ਮਤਲਬ ਸੈਕਸ਼ਨਸ ਆਉਂਦੇ ਨੇ। ਸਭ ਤੋਂ ਪਹਿਲਾ ਸੈਕਸ਼ਨ ਆਉਂਦਾ ਵਾ ਕਿ ਕਈ ਵਾਰੀ ਸਾਡੇ ਨੈਟਲ ਹੋਰੋਸਕੋਪ ਮੀਨਸ ਜਦੋਂ ਸਾਡਾ ਬਰਥ ਹੋਇਆ ਸੀ ਉਹ ਗ੍ਰਹਿ ਹੀ ਨਿਗੇਟ ਕਰਦੇ ਆ। ਮੀਨਸ ਮਿਨੀਮਮ 3 ਗ੍ਰਹਿ ਤੁਹਾਡੇ ਪੋਜ਼ਿਟਿਵ ਚਾਹੀਦੇ ਆ ਮੈਰਿਜ ਦੇ ਇਵੈਂਟ ਦੇ ਲਈ। ਕਈ ਵਾਰੀ ਹੁੰਦਾ ਸਾਡੇ ਕੋਲ 3 ਪਲੈਨਟਸ ਹੈ ਹੀ ਨਹੀਂ ਹੈਗੇ। ਸਮ ਟਾਈਮ ਕੀ ਹੁੰਦਾ ਵਾ, ਜਿਹੜੀ ਦਸ਼ਾ ਦਾ ਸਿਸਟਮ ਆ, ਜਿਹੜੀ ਦਸ਼ਾ ਸਿਸਟਮ ਆ, ਦਸ਼ਾ ਡਿਨਾਇਲ ਹੁੰਦੀ ਆ, ਪਰ ਐਟ ਅ ਸੈਟ ਆਫ ਟਾਈਮ ਪੀਰੀਅਡ ਦੇ ਬਾਅਦ ਦਸ਼ਾ ਚੇਂਜ ਹੁੰਦੀ ਆ,
ਪਲੈਨਟ ਸਟਾਰਟ ਗਿਵਿੰਗ ਪੋਜ਼ਿਟਿਵ ਰਿਜ਼ਲਟ। ਇੱਕ ਆ ਤੀਸਰੀ ਚੀਜ਼, ਕਈ ਵਾਰੀ ਕੀ ਹੁੰਦਾ ਵਾ, ਕੁਛ ਜਿਹੜੇ ਪਲੈਨਟਸ ਨੇ ਜਿੱਦਾਂ 7th ਹਾਊਸ ਦਾ ਲਾਰਡ ਆ, 7th ਹਾਊਸ ਬੇਸਿਕਲੀ ਪਾਰਟਨਰਸ਼ਿਪ ਦਾ ਮੰਨਿਆ ਜਾਂਦਾ, ਮੈਰਿਜ ਦਾ ਮੰਨਿਆ ਜਾਂਦਾ ਵਾ, ਹਸਬੈਂਡ ਵਾਈਫ ਦਾ 7th ਹਾਊਸ ਮੰਨਿਆ ਜਾਂਦਾ। ਸੋ ਕਈ ਵਾਰੀ ਉਹ ਗ੍ਰਹਿ ਜ਼ਿਆਦਾ ਪੀੜਤ ਹੁੰਦਾ ਵਾ, ਜਾਂ ਉਹਦੇ ਤੇ ਕੋਈ ਅਫਲਿਕਸ਼ਨ ਆ, ਜਾਂ ਉਹਦੇ 'ਚ ਸਟਰੈਂਥ ਨਹੀਂ ਹੈਗੀ। ਸੋ ਦੇਖਣਾ ਪੈਂਦਾ ਸਾਨੂੰ ਕਿ ਕਿਸ ਲੈਵਲ ਤੇ ਹੋਰੋਸਕੋਪ ਨੇ ਕਿਹੜੀ ਕਮੀ ਬਣਦੀ ਪਈ ਆ, ਮਤਲਬ ਉਹ ਦਸ਼ਾ ਦੇ ਕਰਕੇ ਨਹੀਂ ਹੋ ਰਿਹਾ ਹੈਗਾ, ਜਨਮ ਦੇ ਪਲੈਨਟਸ ਕਰਕੇ ਨਹੀਂ ਹੋ ਰਿਹਾ, ਜਾਂ ਟ੍ਰਾਂਜੀਸ਼ਨ ਕਈ ਵਾਰੀ ਹੁੰਦਾ ਵਾ ਕਿ ਟ੍ਰਾਂਜੀਸ਼ਨ ਦੇ ਵਿੱਚ ਜਿਹੜੇ 3 ਪਲੈਨਟ ਨੇ ਉਹਨਾਂ ਦਾ ਇੱਕ ਜਾਂ ਤਾਂ ਆਸਪੈਕਟ ਹੋਵੇ, ਕੰਜੰਕਸ਼ਨ ਹੋਵੇ, ਜਾਂ ਇੱਕ ਖਾਸ ਹਾਊਸ ਦੇ ਵਿੱਚ 3 ਗ੍ਰਹਿਾਂ ਦਾ ਪ੍ਰਭਾਵ ਪੈਣਾ ਚਾਹੀਦਾ, ਤਾਂ ਹੀ ਉਹਦਾ ਮੈਰਿਜ ਹੋ ਸਕਦੀ ਹੈ। 2nd ਹਾਊਸ, 7th ਹਾਊਸ ਤੇ 11th ਹਾਊਸ, ਕਈ ਵਾਰੀ ਉਹ ਚੀਜ਼ ਹੀ ਨਹੀਂ ਸੈੱਟ ਬੈਠਦੀ ਹੈਗੀ। ਸੋ ਸਾਨੂੰ ਅੱਡ ਲੈਵਲ ਤੇ ਪਹਿਲਾਂ ਤਾਂ ਚੀਜ਼ ਸਮਝਣੀ ਪੈਣੀ ਹੈ ਕਿ ਅਸਲ 'ਚ ਪ੍ਰੋਬਲਮ ਹੈ ਕੀ ਆ, ਨੈਟਲ ਦੀ ਆ ਜਾਂ ਕਿਹੜੀ ਦੀ ਹੈਗੀ ਆ, ਉਸ ਤੇ ਅਕੋਰਡਿੰਗ ਹੀ ਉਸ ਚੀਜ਼ ਦਾ ਹੱਲ ਹੋਊਗਾ। ਪਰ ਇਹਦਾ ਹੋ ਸਕਦਾ ਵਾ ਇਹ ਚੀਜ਼ ਦਾ ਬਿਲਕੁਲ। ਪਹਿਲਾਂ ਆਪਾਂ ਦੇਖਦੇ ਸੀਗੇ ਕੋਈ ਕੁੰਡਲੀਆਂ ਤੇ ਜਾਂ ਹੋਰੋਸਕੋਪ ਤੇ ਇਹਨੇ ਵਿਚਾਰ ਨਹੀਂ ਕਰਦਾ ਸੀਗਾ, ਅੱਜ ਕੱਲ ਲੋਕੀ ਕੁੰਡਲੀਆਂ ਮਿਲਾਉਣ 'ਚ ਜਾਂ ਹੋਰੋਸਕੋਪ ਮਿਲਾਉਣ 'ਚ ਬਹੁਤ ਵਿਚਾਰ ਕਰਦੇ ਨੇ, ਇਹ ਕਿੰਨਾ ਕੁ ਜ਼ਰੂਰੀ ਹੈ? ਦੇਖੋ ਸਾਡੀ ਜਿਹੜੀ ਅੱਜ ਦੀ ਸੋਸਾਇਟੀ ਆ 50 to 60% ਡਾਈਵੋਰਸ ਰੇਸ਼ੋ ਆ ਅਸਲ ਦੇ ਵਿੱਚ। ਪਰ ਇੱਕ ਇੱਥੇ ਹੋਰ ਨਵਾਂ ਇੱਕ ਵਿਚਾਰ ਵੀ ਆਉਂਦਾ ਵਾ ਕਿ ਕਈ ਵਾਰੀ ਇਹ ਵੀ ਚੀਜ਼ ਹੁੰਦੀ ਆ, ਆਪਾਂ ਨੂੰ ਸੱਚ ਹਰੇਕ ਚੀਜ਼ ਤੋਂ, ਦੇਖੋ ਆਪਾਂ ਇਸ ਲਈ ਨਹੀਂ ਕਿ ਹੁਣ ਐਸਟ੍ਰੋਲੋਜੀ ਕਰਦੇ ਆ, ਐਸਟ੍ਰੋਲੋਜੀ ਹਰੇਕ ਜਗ੍ਹਾ ਤੇ ਚੰਗੀ ਕਹੀ ਚੱਲੀਏ। ਇਹਦਾ ਇੱਕ ਇਹ ਵੀ ਬਹੁਤ ਵਾਰੀ ਸਮਾਜ ਦੇ ਵਿੱਚ ਵੀ ਇਹ ਚੀਜ਼ ਹੁੰਦੀ ਹੈ ਕਿ ਕਈ ਵਾਰੀ ਕਿਸੇ ਨੇ ਹੋਰੋਸਕੋਪ ਮਿਲਾ ਕੇ ਵੀ ਵਿਆਹ ਕੀਤਾ ਹੁੰਦਾ ਵਾ, ਫਿਰ ਵੀ ਨਿਭਦੇ ਨਹੀਂ ਹੈਗੇ ਉਹ। ਉੱਤੇ ਆਪਾਂ ਐਸਟ੍ਰੋਲੋਜੀ ਦੇ ਵੀ ਕੁਐਸਚਨ ਚੱਕ ਸਕਦੇ ਹਾਂ ਕਿ ਹੁਣ ਕੀ ਹੋਇਆ ਸੀਗਾ, ਉਹਦਾ ਵੀ ਸਾਡੇ ਕੋਲ ਆਨਸਰ ਆ ਕਿ ਕਿਉਂ ਨਹੀਂ ਹੋਇਆ ਸੀਗਾ। ਦੇਖੋ 95% ਅਸੀਂ ਇਹਨੂੰ ਮੰਨਦੇ ਹਾਂ ਕਿ ਐਸਟ੍ਰੋਲੋਜੀ ਦੇ ਵਿੱਚ 3 ਚੀਜ਼ਾਂ ਦੀ ਲੋੜ ਹੁੰਦੀ ਹੈ, ਇੱਕ ਉਹਦਾ ਡੇਟ ਆਫ ਬਰਥ, ਇੱਕ ਟਾਈਮ, ਇੱਕ ਪਲੇਸ। ਟਾਈਮ ਅੱਜ ਦੀ ਡੇਟ 'ਚ, ਜਦੋਂ ਪਹਿਲਾਂ ਦੇ ਹੋਰੋਸਕੋਪ ਜਦੋਂ ਬਣਾਉਂਦੇ ਸੀਗੇ ਉਹ ਕੀ ਕਰਦੇ ਸੀਗੇ, ਕਿਉਂਕਿ 2.5 ਘੰਟੇ ਤੱਕ ਲਗਨ ਚੇਂਜ ਹੀ ਨਹੀਂ ਹੁੰਦਾ ਹੈਗਾ, ਉਹਨੂੰ ਪੁਰਾਣੀ ਜੋਤਿਸ਼ ਵਿਦਿਆ ਕਹਿੰਦੇ ਸੀ। ਉਹਦੇ ਨਾਲ ਕੀ ਆ, ਪਲੈਨਟ 2.5 ਆਵਰ ਤੱਕ ਜਿੱਥੇ ਬੈਠੇ ਉੱਥੇ ਬੈਠੇ ਰਹਿੰਦੇ ਸੀਗੇ। ਪਰ ਅਸੀਂ ਜੋ ਨਵੀਂ ਐਸਟ੍ਰੋਲੋਜੀ, ਜਿਹੜੀ ਮਾਡਰਨ ਐਸਟ੍ਰੋਲੋਜੀ ਜੋ ਅਸੀਂ ਪ੍ਰੈਕਟਿਸ ਕਰਦੇ ਹਾਂ, ਅਸੀਂ ਇਹ ਦੇਖਿਆ ਕਿ ਅਸਲ 'ਚ ਜੇ 5 ਮਿੰਟ ਦਾ ਵੀ ਫਰਕ ਪੈਂਦਾ ਹੈ, 10 ਮਿੰਟ ਦਾ ਫਰਕ ਪੈਂਦਾ, ਉਹਦੇ ਨਾਲ ਸਾਡੇ ਜ਼ਿੰਦਗੀ ਦਾ ਇਵੈਂਟਸ 'ਚ ਫਰਕ ਪੈ ਰਿਹਾ। ਸਪੋਜ਼ ਕੋਈ ਟਵਿਨਸ ਹੋ ਰਹੇ ਹੈਗੇ ਆ, ਜਾਂ ਕਿਸੇ ਦੇ 2 ਬੱਚੇ 3 ਬੱਚੇ ਹੋ ਰਹੇ ਆ, ਉਹਨਾਂ ਦੀ ਵੀ ਕਿਸਮਤ ਸੇਮ ਨਹੀਂ ਹੋਊਗੀ, ਉਹਨਾਂ ਦੇ ਵਿੱਚ ਵੀ ਫਰਕ ਹੋਊਗਾ। ਉਹ ਕਿਉਂ? ਕਿਉਂਕਿ ਜਿਸ ਟਾਈਮ ਤੇ ਪਹਿਲੇ ਬੱਚੇ ਦਾ ਬਰਥ ਹੋਇਆ ਜਾਂ ਦੂਸਰੇ ਬੱਚੇ ਦਾ ਹੋਇਆ ਫਰਕ, ਉਦੋਂ ਨਕਸ਼ਤਰਾਂ ਦੇ ਵਿੱਚ ਚੇਂਜਿੰਗ ਹੋ ਗਈ, ਹੋ ਸਕਦਾ ਅਸੈਂਡੈਂਟ ਹੀ ਉਸ ਵੇਲੇ ਚੇਂਜ ਹੋ ਗਿਆ। ਸੋ ਇਹਦੇ 'ਚ ਬੇਸਿਕਲੀ ਦੇਖਿਆ ਜਾਂਦਾ ਕਿਉਂ ਚੀਜ਼ਾਂ ਕਈ ਵਾਰੀ ਹੁੰਦਾ ਕਿ ਅੱਜ ਸਮਾਜ 'ਚ ਕਿਉਂਕਿ 50 to 60% ਸਾਡੇ ਡਿਵੋਰਸ ਹੋ ਰਿਹਾ, ਦਿਸ ਇਜ਼ ਦਾ ਫਸਟ ਥਿੰਗ। ਇਸ ਲਈ ਅਸੀਂ ਮੈਰਿਜ ਕਹ ਲਓ, ਮੈਚ ਮੇਕਿੰਗ ਕਹਿੰਦੇ ਹਾਂ ਅਸਲ ਦੇ ਵਿੱਚ, ਕੁੰਡਲੀਆਂ ਮਿਲਾ ਕੇ ਕਰਦੇ ਹਾਂ ਕਿ ਅਸੀਂ ਸ਼ੋਰਟ ਹੋ ਜਾਈਏ ਕਿ ਸਾਡਾ ਅਸਲ ਦੇ ਵਿੱਚ ਜਿਹੜੀ ਚੀਜ਼ ਜਿੱਥੇ ਅਸੀਂ ਰਿਸ਼ਤਾ ਜੋੜ ਰਹੇ ਹਾਂ ਜਾਂ ਜਿੱਥੇ ਸਾਡਾ ਰਿਸ਼ਤਾ ਜੁੜ ਰਿਹਾ ਉਹ ਵਧੀਆ ਤਰੀਕੇ ਨਾਲ ਜੁੜ ਰਿਹਾ। ਸੈਕੰਡ ਥਿੰਗ, ਕਈ ਵਾਰੀ ਹੁੰਦਾ ਕਈ ਜਣੇ ਜਿੱਦਾਂ ਆਪਾਂ ਕਿਹਾ ਵੀ ਕੁੰਡਲੀਆਂ ਮਿਲਾਈਆਂ ਸੀ ਫਿਰ ਵੀ ਫੇਲ ਹੋਇਆ, ਉਹ ਸਿਰਫ ਤਾਂ ਕੇਸ ਆ ਜਦੋਂ ਅਸੀਂ ਵੀ ਆਰ ਨਾਟ ਸ਼ੋਰ ਅਬਾਊਟ ਦਾ ਟਾਈਮ ਆਫ ਬਰਥ। ਜਦੋਂ ਅਸੀਂ ਟਾਈਮ ਆਫ ਬਰਥ ਸਹੀ ਨਹੀਂ ਦਿੰਦੇ ਹੈਗੇ ਐਸਟ੍ਰੋਲੋਜਰ ਨੂੰ, ਸਪੋਜ਼ ਤੁਹਾਡਾ ਟਾਈਮ ਆਫ ਬਰਥ ਹੈਗਾ 6:24, ਤੁਸੀਂ ਲਿਖਾਤਾ 6 ਵਜੇ ਹੋਇਆ ਜੀ ਸਾਡਾ, ਉਹਦੇ ਨਾਲ ਹੀ ਰਿਜ਼ਲਟ ਦਾ ਫਰਕ ਪੈ ਜਾਣਾ ਉਨੇ ਟਾਈਮ ਦੇ ਗੇਟ 'ਚ। ਸੋ ਇਸ ਕਰਕੇ ਉਹ ਚੀਜ਼ਾਂ ਫਿਰ ਕਹ ਲਓ ਪ੍ਰੋਪਰਲੀ ਪ੍ਰੈਡਿਕਸ਼ਨ ਦਾ ਫਰਕ ਪੈ ਜਾਂਦਾ ਕਿ ਕਿਹੜੇ ਪਲੈਨਟ ਦਾ ਰਿਜ਼ਲਟ ਸੀ, ਪਲੈਨਟ ਦਾ ਰਿਜ਼ਲਟ ਚੇਂਜ ਹੋ ਜਾਂਦਾ। ਸੋ ਦਿਸ ਇਜ਼ ਅ ਮੇਨ ਰੀਜ਼ਨ। ਸੋ ਆਪਾਂ ਜੇ ਕਹੀਏ ਕਿ ਜੇ ਪ੍ਰੋਪਰ ਤੁਹਾਡੇ ਕੋਲ ਟਾਈਮਿੰਗ ਜਾਂ ਡੇਟ ਆਫ ਬਰਥ ਹੈ ਤਾਂ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਜਿਹੜੀ ਅੱਜ ਦੀ ਹੈਗੀ ਆ ਨਾ, ਅੱਜ ਦੀ ਜੋ ਐਸਟ੍ਰੋਲੋਜੀ ਜਿੱਥੇ ਆ ਕੇ ਖੜ ਚੁੱਕੀ ਆ, ਦੇ ਆਰ ਮੋਰ ਐਕੂਰੇਟ। ਮਗਰ ਪਹਿਲਾਂ ਕਿਉਂਕਿ ਸਮਾਜ ਹਮੇਸ਼ਾ ਜ਼ਿੰਦਗੀ ਅਸਲ ਤਰੱਕੀ ਕਰਨ ਦੀ ਚੀਜ਼ ਆ ਕਿ ਹਰੇਕ ਚੀਜ਼ 'ਚ ਵਾਧਾ ਹੋ ਰਿਹਾ। ਸੋ ਐਸਟ੍ਰੋਲੋਜੀ ਵੀ ਜਿਹੜੀ ਅਸਲ ਦੇ ਵਿੱਚ ਹੁਣ ਜਿੱਥੇ ਆ ਕੇ ਖੜ ਚੁੱਕੀ ਆ, ਇਵੈਂਟ ਬੇਸ ਕਹਿੰਦੇ ਆ ਅਸਲ ਦੇ ਵਿੱਚ। ਇਹ ਨਹੀਂਗਾ ਕਿ ਉਦਾਂ ਹੀ ਬਸ ਦੱਸਦਾ ਜੀ ਆਹ ਚੀਜ਼ ਹੋ ਜੂਗੀ, ਆਹ ਚੀਜ਼ ਹੋ ਜੂਗੀ। ਕਦੋਂ ਹੋਊਗੀ, ਦੈਟ ਇਜ਼ ਦਾ ਮੇਨ ਕੁਐਸਚਨ। ਕਦੋਂ ਹੋਊਗੀ, ਕਿੰਨਾ ਮਿਲੂਗਾ। ਠੀਕ ਆ, ਸਾਨੂੰ ਨੌਕਰੀ ਮਿਲੂ, ਨੌਕਰੀ ਕਿੰਨੇ ਪੱਧਰ ਤੱਕ ਮਿਲੂਗੀ, ਸਾਨੂੰ ਕਿੱਡੇ ਵੱਡੇ ਉੱਚੇ ਲੈਵਲ ਤੱਕ ਜਾਵਾਂਗੇ, ਕਿਸ ਪੀਰੀਅਡ 'ਚ ਜਾਵਾਂਗੇ, ਇਹ ਸਾਰੇ ਕੁਐਸਚਨ ਅੱਜ ਐਸਟ੍ਰੋਲੋਜੀ ਦੇ ਮੂਹਰੇ ਖੜੇ ਨੇ। ਤੇ ਅੱਜ ਜੇ ਸਾਡੇ ਕੋਲ ਟਾਈਮ ਆਫ ਬਰਥ ਐਕੂਰੇਟ ਹੈਗਾ ਵਾ ਤਾਂ ਉਹਦਾ ਅਸੀਂ 100% ਅਸੀਂ ਆਨਸਰ ਕਰ ਸਕਦੇ ਹਾਂ, ਕਿਉਂਕਿ ਸਾਡੇ ਕੋਲ ਮੋਰ ਟੈਕਨੀਕਸ ਆ ਗਈਆਂ ਨੇ ਅਸਲ ਦੇ ਵਿੱਚ। ਅਸੀਂ ਉਹਨਾਂ ਨੂੰ ਨਕਸ਼ਤਰ ਲੈਵਲ ਤੇ ਵੀ ਜਾ ਕੇ ਸਟੱਡੀ ਕਰਦੇ ਹਾਂ, ਸਬ ਲਾਰਡ ਲੈਵਲ ਤੇ ਵੀ ਸਟੱਡੀ ਕਰਦੇ ਹਾਂ, ਜਿਹਨੂੰ ਮਿਨਿਊਟ ਕੈਲਕੂਲੇਸ਼ਨਸ ਕਹਿੰਦੇ ਆ। ਕੋਰ ਤੇ ਜਾ ਕੇ ਅਸਲ 'ਚ ਕਰਨਾ ਕਿ ਅਸਲ 'ਚ ਪ੍ਰਭਾਵ ਦੇ ਕੀ ਰਿਹਾ ਵਾ,
ਫਰੂਟਸ ਕੀ ਹੈਗੇ ਆ। ਦੇਖੋ ਸਮ ਟਾਈਮ ਕੀ ਹੁੰਦਾ ਵਾ, ਕਲਾਸ ਕਈ ਵਾਰੀ ਕਹਿੰਦੇ ਨੇ ਕਲਾਸ ਤਾਂ ਸਾਰੀ ਦਾ ਰਿਜ਼ਲਟ ਬਹੁਤ ਵਧੀਆ ਆਇਆ ਜੀ, ਪਰ ਸਾਰੀ ਕਲਾਸ ਚੋਂ ਇੱਕ ਬੱਚੇ ਦੇ ਨੰਬਰ 100/100 ਆ। ਸੋ ਆਪਾਂ 100/100 ਨੂੰ ਪਿੰਚ ਕਰ ਸਕਦੇ ਆ, ਜੋ ਅੱਜ ਦੀ ਐਸਟ੍ਰੋਲੋਜੀ ਆ ਚੁੱਕੀ ਆ। ਸੋ ਇਸ ਕਰਕੇ ਅੱਜ ਦੀ ਐਸਟ੍ਰੋਲੋਜੀ ਮੋਰ ਐਡਵਾਂਸ ਹੋ ਚੁੱਕੀ ਹੈ ਰਾਦਰ ਦੈਨ ਜਿਹੜੀ ਅੱਜ ਤੋਂ 50 ਸਾਲ ਪਹਿਲਾਂ ਕਰਦੇ ਸੀ। ਉਹ ਉਹਨਾਂ ਦਾ ਫਰਕ ਇਸ ਲਈ, ਜਿੱਦਾਂ ਮੈਂ ਤੁਹਾਨੂੰ ਦੱਸਿਆ, ਫਰਕ ਇਸ ਲਈ ਪੈਂਦਾ ਸੀ ਕਿਉਂਕਿ ਉਹ ਐਗਜ਼ੈਕਟ ਟਾਈਮ ਆਫ ਬਰਥ ਨਹੀਂ ਫੜਿਆ ਜਾਂਦਾ ਸੀ ਕਿ ਟਾਈਮ ਆਫ ਬਰਥ ਕੀ ਆ। ਹੁਣ ਅੱਜ ਕੱਲ੍ਹ ਐਗਜ਼ੈਕਟ ਟਾਈਮ ਆਫ ਬਰਥ ਫੜਿਆ ਜਾਂਦਾ ਵਾ, ਨਹੀਂ ਵੀ ਫੜਿਆ ਜਾਂਦਾ ਉਹਦਾ ਵੀ ਸਾਡੇ ਕੋਲ ਇੱਕ ਇਲਾਜ ਹੈਗਾ, ਉਹਨੂੰ ਟਰਾਇਲ ਤੇ ਐਰਰ ਮੈਥਡ ਕਹਿੰਦੇ ਆ। ਉਹਦੇ ਨਾਲ ਕੀ ਅਸੀਂ ਉਹਨਾਂ ਦੇ ਇਵੈਂਟਸ ਮੈਚ ਕਰਦੇ ਆ ਕਿ ਕਿਹੜੇ ਹੋਰੋਸਕੋਪ ਦੇ ਵਿੱਚ ਮੈਚ ਹੋ ਰਿਹਾ, 5-10 ਮਿੰਟ ਉੱਪਰ ਥੱਲੇ ਕਰਕੇ ਉਹ ਚੋਂ ਅਸੀਂ ਟਾਈਮ ਆਫ ਬਰਥ ਐਕੂਰੇਟ ਕੱਢ ਸਕਦੇ ਹਾਂ ਅਸਲ ਦੇ ਵਿੱਚ। ਅੱਜ ਕੱਲ੍ਹ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਕੁੰਡਲੀਆਂ ਮੈਚ ਨਹੀਂ ਹੋਈਆਂ, ਹੋਰੋਸਕੋਪ ਮੈਚ ਨਹੀਂ ਹੋਏ ਤੇ ਮੈਰਿਜ ਡਿਲੇ ਹੋ ਗਈ, ਮਤਲਬ ਉਹ ਪੀਰੀਅਡ ਆਫ ਟਾਈਮ ਨਿਕਲ ਗਿਆ ਮੈਰਿਜ ਦਾ। ਤੇ ਇਹਦੇ ਵਿੱਚ ਕੀ ਪ੍ਰੋਬਲਮਸ ਨੇ ਜਾਂ ਕਿੱਦਾਂ ਇਹਨੂੰ ਆਪਾਂ ਕਵਰ ਕਰ ਸਕਦੇ ਹਾਂ? ਦੇਖੋ ਕੁੰਡਲੀਆਂ ਕਈ ਵਾਰੀ, ਦੇਖੋ ਮੋਸਟਲੀ ਵੈਸੇ ਜਿੰਨਾ ਮੇਰਾ ਐਕਸਪੀਰੀਅੰਸ ਰਿਹਾ ਵਾ, ਵੈਸੇ ਮੋਸਟਲੀ ਕੁੰਡਲੀਆਂ ਹਰੇਕ ਦੀਆਂ ਮਿਲਦੀਆਂ ਨਹੀਂ ਹੁੰਦੀਆਂ ਵੈਸੇ, ਨਾਰਮਲੀ ਦੇਖਿਆ ਜਾਵੇ। ਰੀਜ਼ਨ ਹੈ ਕਿਸੇ ਨਾ ਕਿਸੇ ਦੇ ਵਿੱਚ ਕੁਛ ਨਾ ਕੁਛ ਪ੍ਰੋਬਲਮ ਹੁੰਦੀ ਹੀ ਹੁੰਦੀ ਹੈ। ਦੇਖੋ ਕੁਛ ਹੱਦ ਜਦੋਂ ਅਸੀਂ ਵੀ ਪ੍ਰੈਕਟਿਸ ਕਰਦੇ ਹਾਂ, ਦੇਖੋ ਕਿਸੇ ਲਈ ਸਾਡੇ ਲਈ ਨਾ ਕਰਨਾ ਤੁਹਾਡਾ ਬੜਾ ਆਸਾਨ ਆ, ਪਰ ਦੂਸਰਾ 2 ਫੈਮਲੀਜ਼ ਤੇ ਇੰਪੈਕਟ ਪੈ ਰਿਹਾ ਇਸ ਚੀਜ਼ ਦਾ। ਤੁਹਾਡਾ ਬੋਲਣਾ ਇੱਕ ਸਰ ਬੋਲ ਰਹੇ ਹੋ ਪਰ 2 ਫੈਮਲੀਆਂ ਡਿਸਟਰਬ ਹੋ ਰਹੀਆਂ ਚੀਜ਼। ਅਸੀਂ ਬੜੇ ਧਿਆਨ ਨਾਲ ਅਸਲ 'ਚ ਉੱਤੇ ਡਿਸੀਜਨ ਲੈਣਾ। ਇਹ ਨਹੀਂ ਹੈਗਾ ਕਿ ਮਾੜੀ ਜੀ ਚੀਜ਼ ਸੀਗੀ ਕਹਿਤੀ। ਦੇਖੋ ਸਾਨੂੰ ਪਹਿਲੀ ਤਾਂ ਇਹ ਚੀਜ਼ ਸਮਝ, ਜਿੱਦਾਂ ਮੈਂ ਕਹਿੰਦਾ ਪੁਰਾਣੀ ਜੋਤਿਸ਼ ਤੇ ਅੱਜ ਦੀ ਜੋਤਿਸ਼ ਵਿੱਚ ਤਾਂ ਫਰਕ ਇਹੀ ਆ ਚੁੱਕਿਆ। ਅੱਜ ਅਸੀਂ ਬੜਾ ਹੋਰ ਥੋੜਾ ਜਿਹਾ ਕਹਿ ਲਓ ਸਮਾਜ ਦੇ ਰਿਲੇਟਡ ਦੇਖਦੇ ਹਾਂ ਚੀਜ਼ਾਂ ਕਿ ਕਿਹੜੀ ਚੀਜ਼ ਅਸੀਂ ਰਿਕਵਰੇਬਲ ਹੈਗੀ। ਕੁਝ ਚੀਜ਼ਾਂ ਹੁੰਦੀਆਂ ਰੈਮੇਡੀ ਕਰਕੇ ਠੀਕ ਹੋ ਜਾਂਦੀਆਂ। ਜਦੋਂ ਹੁਣ ਪੁਰਾਣੇ ਜ਼ਮਾਨੇ 'ਚ ਹੁੰਦਾ ਸੀਗਾ ਗੁਣ ਨਹੀਂ ਮਿਲਦੇ ਸੀਗੇ, 36 ਚੋਂ 18 ਗੁਣ ਮਿਲਣੇ ਚਾਹੀਦੇ, ਨਹੀਂ ਤਾਂ ਤੁਹਾਡਾ ਵਿਆਹ ਹੀ ਨਹੀਂ ਹੋ ਸਕਦਾ ਹੈਗਾ, ਜਾਂ ਮਾਂਗਲਿਕ ਦੋਸ਼ ਆ ਜਾਂਦਾ ਹੁੰਦਾ ਸੀਗਾ, ਜਾਂ ਅੰਗਾਰਕ ਦੋਸ਼ ਆ ਜਾਂਦੇ ਸੀਗੇ, ਕਈ ਤਰ੍ਹਾਂ ਦੇ ਦੋਸ਼ ਪਾਏ ਜਾਂਦੇ ਸੀ, ਉੱਥੇ ਨਾ ਕਰ ਦਿੱਤੀ ਜਾਂਦੀ ਸੀਗੀ। ਪਰ ਜੋ ਅਸੀਂ ਸਟੱਡੀ ਕੀਤੀ ਆ, ਨਾਰਮਲੀ ਵੈਸੇ 1 ਜਾਂ 2% ਐਸੇ ਕੇਸਿਸ ਹੁੰਦੇ ਜਿਹਦੇ 'ਚ 100% ਡਿਨਾਇਲ ਹੁੰਦੀ ਹੈ। ਮਤਲਬ ਕੋਈ ਪਲੈਨਟ ਜਿੱਦਾਂ 9 ਗ੍ਰਹਿ ਬੈਠੇ ਆ, 9 ਦੇ 9 ਗ੍ਰਹਿ ਬੇਸਿਕਲੀ ਤੜਾਉਣ ਨੂੰ ਬੈਠੇ ਨੇ ਮੈਰਿਜ, ਉਹਦੇ 'ਚ ਤਾਂ ਕੋਈ ਵੀ ਕੁਛ ਨਹੀਂ ਕਰ ਸਕਦਾ। ਪਰ ਜੇ ਸਟਿਲ ਤੁਹਾਡੇ 5 to 6 ਪਲੈਨਟਸ ਪੋਜ਼ਿਟਿਵ ਹੈਗੇ ਆ, ਠੀਕ ਆ, ਜਾਂ 50% ਪਲੈਨਟ ਨੈਗੇਟਿਵ ਨੇ, 50% ਪੋਜ਼ਿਟਿਵ ਨੇ, ਉਹਨੂੰ ਅਸੀਂ ਹੈਂਡਲ ਕਰ ਸਕਦੇ ਹਾਂ ਥਰੂ ਦਾ ਵੇ ਆਫ ਰੈਮੇਡੀਜ਼। ਉਹਦੇ ਉਪਾਅ ਕਰਕੇ ਚੀਜ਼ਾਂ ਨੂੰ ਕਰੈਕਟ ਕੀਤਾ ਜਾ ਸਕਦਾ ਤੇ ਉਹਦਾ ਇਵੈਂਟ ਲਿੱਤਾ ਜਾ ਸਕਦਾ ਜੋ ਅੱਜ ਦੀ ਐਸਟ੍ਰੋਲੋਜੀ ਹੋ ਰਹੀ ਹੈਗੀ ਆ। ਸੋ ਉਹਦਾ ਹੱਲ ਹੈਗਾ ਆ ਅਸਲ ਦੇ ਵਿੱਚ। ਸੋ ਬੇਸਿਕਲੀ ਮੈਰਿਜ ਵਾਸਤੇ ਕਿੰਨੇ ਗੁਣ ਮਿਲਣੇ ਚਾਹੀਦੇ ਨੇ ਮਿਨੀਮਮ ਤੇ ਮੈਕਸਿਮਮ? ਮਿਨੀਮਮ ਜੋ ਮੰਨਿਆ ਜਾਂਦਾ 18 ਗੁਣ ਮਿਲਣੇ ਹੀ ਚਾਹੀਦੇ ਨੇ ਬੇਸਿਕਲੀ। ਇਹ 18 ਗੁਣ ਬੇਸਿਕਲੀ ਸੈਕਸ਼ਨਸ ਬਣੇ ਹੈਗੇ ਆ, ਤੁਹਾਡੀ ਨਾੜੀ ਕਿੰਨੀ ਹੈਗੀ ਆ, ਬਟੂਕ ਕਿੰਨਾ ਹੈਗਾ ਤੁਹਾਡਾ, ਅੱਡ-ਅੱਡ 8 ਸੈਕਸ਼ਨਸ ਨੇ ਜਿਹੜੇ 36 ਗੁਣ ਨੇ। ਮਿਨੀਮਮ 8 ਮਿਲਣੇ ਚਾਹੀਦੇ ਆ ਤੇ ਨਾੜੀ ਜ਼ਰੂਰ ਮਿਲਣੀ ਚਾਹੀਦੀ ਆ। ਮਤਲਬ ਨਾੜੀ ਉਹਦੇ 'ਚ ਇੱਕ ਸੈਕਸ਼ਨ ਆ, ਜੇ ਨਾੜੀ ਨਹੀਂ ਮਿਲਦੀ ਤਾਂ ਵੀ ਅਸਲ 'ਚ ਉਹਨੂੰ ਰਿਜੈਕਟ ਕਰ ਦਿੱਤਾ ਜਾਂਦਾ ਵਾ। ਪਰ ਜੋ ਦੇਖਣ ਦੇ ਵਿੱਚ ਆਇਆ, ਜੇ ਆਪਾਂ ਐਸਟ੍ਰੋਲੋਜੀ ਦੇ ਮੁਤਾਬਕ ਉਹਨਾਂ ਦੇ ਜੇ ਉਪਾਅ ਕਰ ਲਈਏ ਪ੍ਰੋਪਰਲੀ, ਤਾਂ ਉਹ ਵੀ ਕਹਿ ਲਓ ਰਿਸ਼ਤੇ ਨਿਭਦੇ ਨੇ ਅਸਲ ਦੇ ਵਿੱਚ। ਤਾਂ ਹੀ ਕਹਿਣਾ ਪੁਰਾਣੀ ਵਿੱਦਿਆ ਤੇ ਅੱਜ ਦੀ ਵਿੱਦਿਆ 'ਚ ਕਾਫੀ ਫਰਕ ਪੈ ਚੁੱਕਿਆ ਵਾ। ਕੁਛ ਚੀਜ਼ਾਂ ਸਪੋਜ਼ ਕਈ ਵਾਰੀ ਹੁੰਦਾ ਗੁਣ ਨਹੀਂ ਮਿਲਦੇ ਪਏ ਕਿਸੇ ਦੇ, ਜਿੱਦਾਂ ਫੋਰ ਐਗਜ਼ਾਮਪਲ ਗੁਣ 18 ਨਹੀਂ ਹੈਗੇ, ਕਿਸੇ ਦੇ 16 ਗੁਣ ਹੈਗੇ ਆ, ਪਰ ਫਿਰ ਅਸੀਂ ਜਦੋਂ ਉਹਨਾਂ ਦੀ ਦਸ਼ਾ ਦਾ ਸਿਸਟਮ ਦੇਖਦੇ ਹਾਂ, ਦਸ਼ਾ ਦਾ ਮੀਨਸ ਬੇਟੀ ਦੀ ਤੇ ਬੇਟੇ ਦੇ ਹੋਰੋਸਕੋਪ 'ਚ ਜੁਪੀਟਰ ਦੀ ਦਸ਼ਾ ਦਾ ਵਧੀਆ ਪ੍ਰਭਾਵ ਆ। ਜੁਪੀਟਰ ਤੋਂ ਬਾਅਦ ਸੈਟਰਨ ਬੜੀ ਵਧੀਆ, ਮਰਕਰੀ ਬੜਾ ਵਧੀਆ ਰਿਜ਼ਲਟ ਦੇ ਰਿਹਾ, ਜਿਹੜੇ ਆਰਡਰ ਦੇ ਵਿੱਚ ਉਹਦੀਆਂ ਦਸ਼ਾਵਾਂ ਆ ਰਹੀਆਂ। ਸੇਮ ਵੇ ਕੁੜੀ ਦੇ ਹੋਰੋਸਕੋਪ ਦੇ ਵਿੱਚ ਦਸ਼ਾਵਾਂ ਦਾ ਆਰਡਰ ਵਧੀਆ ਆ ਰਿਹਾ, ਡਿਵੋਰਸ ਨਹੀਂ ਦਿਖਾ ਰਹੇ। ਫਿਰ ਇਨ ਦੋਜ਼ ਕੇਸਿਸ ਅਸੀਂ ਕਹਿ ਦਿੰਦੇ ਹਾਂ ਕਿ ਯੈਸ ਆ ਇਸ ਹੋਰੋਸਕੋਪ ਨੂੰ, ਕਿਉਂਕਿ ਇਹਨਾਂ ਦਾ ਜਿਹੜੇ ਗ੍ਰਹਿਾਂ ਦਾ ਪ੍ਰਭਾਵ ਆਉਣਾ ਲਾਈਫ ਦੇ ਵਿੱਚ ਥਰੂ ਦਾ 10 ਸਾਲ 20 ਸਾਲ 25 ਸਾਲ ਅੱਗੇ ਵਾਲੇ, ਉਹ ਪੋਜ਼ਿਟਿਵ ਗ੍ਰਹਿਾਂ ਦੇ ਆਉਣੇ। ਮੀਨਸ ਕਿ ਜਿਹੜਾ ਰਿਸ਼ਤਾ ਜੋੜੋਗੇ ਨਿਭ ਜਾਏਗਾ। ਸੋ ਉਹਦੇ ਜੋ ਚੀਜ਼ ਫਿਰ ਅਸੀਂ ਸਕਸੈਸਫੁਲ ਕਰ ਲੈਂਦੇ ਹਾਂ। ਇੱਕ ਹੁੰਦਾ ਹੈ ਕਿ ਮਾਂਗਲਿਕ ਦਾ ਮਾਂਗਲਿਕ ਨਾਲ ਕਰਨਾ, ਜਾਂ ਮਾਂਗਲਿਕ ਦੋਸ਼ ਹੈ ਇਹਦੇ 'ਚ, ਇਹਦੇ ਨਾਲ ਨਹੀਂ ਕਰਨਾ, ਇਹ ਕੀ ਹੁੰਦਾ ਜੀ? ਦੇਖੋ ਇਹਦਾ ਵੀ ਮੰਗਲਿਕ ਦਾ ਮਤਲਬ ਹੁੰਦਾ ਕਿ ਮਾਰਸ ਪਲੈਨਟ ਦਾ ਇੱਕ ਖਾਸ ਪੋਜੀਸ਼ਨ ਤੇ ਤੁਹਾਡੇ ਹੋਰੋਸਕੋਪ 'ਚ ਬੈਠਣਾ। ਜਿੱਦਾਂ 12th ਹਾਊਸ 'ਚ ਬੈਠ ਜੇ, 1st ਹਾਊਸ 'ਚ ਬੈਠ ਜੇ, 4th 'ਚ ਬੈਠ ਜੇ, 7th 'ਚ ਬੈਠ ਜੇ, 8th 'ਚ ਬੈਠ ਜੇ। 2nd ਹਾਊਸ ਵਾਲੇ ਨੂੰ ਕਿਹਾ ਜਾਂਦਾ ਅਰਧ ਮਾਂਗਲਿਕਸ, ਕਿਉਂਕਿ ਸਾਡੇ ਸਪੀਚ ਤੇ ਬੈਠਦਾ, ਕੌੜੇ ਬੋਲੂਗਾ। ਸੋ ਇਹਨਾਂ ਹਾਊਸਸ 'ਚ ਨੈਟਲ ਹੋਰੋਸਕੋਪ 'ਚ ਜਦੋਂ ਤੁਹਾਡਾ ਮਾਰਸ ਕਿਸੇ ਦਾ ਬੈਠਦਾ ਹੈ ਤਾਂ ਉਹ ਦੈਟ ਪਰਸਨ ਕੰਸੀਡਰ ਟੂ ਬੀ ਅ ਮਾਂਗਲਿਕ।
ਪਰ ਇਹਦੀ ਜਦੋਂ ਕੈਂਸਲੇਸ਼ਨ ਇਸ ਲਈ ਮੰਨੀ ਜਾਂਦੀ ਹੈ, ਜੇ ਮੁੰਡਾ ਜਾਂ ਕੁੜੀ ਦੋਨੇ ਹੀ ਮੰਗਲਿਕ ਹੋ ਜਾਣ ਤਾਂ ਉਹਨੂੰ ਕੈਂਸਲ ਕਿਹਾ ਜਾਂਦਾ ਕਿ ਦੋਨੇ ਹੀ ਮੰਗਲਿਕ ਨੇ ਬੇਸਿਕਲੀ। ਸੋ ਜੇ ਤਾਰ ਇੱਕ ਜਾ ਰਹੀ ਹੈ ਤਾਂ ਦੂਜੀ ਵੀ ਉੱਥੇ ਨੂੰ ਜਾ ਰਹੀ ਹੈ, ਸੋ ਮੀਨਸ ਉਹਦੇ 'ਚ ਉਹ ਚੀਜ਼ ਦਾ ਇਫੈਕਟ ਨਹੀਂ ਮੰਨਿਆ ਜਾਂਦਾ। ਪਰ ਯੈਸ, ਮੰਗਲਿਕ ਦੋਸ਼ ਦਾ ਇੱਕ ਖਾਸ ਕੁਝ ਪੋਜੀਸ਼ਨਸ ਨੇ ਜਿਹੜੀਆਂ ਜ਼ਿਆਦਾ ਨੈਗੇਟਿਵ ਨੇ। ਸਪੋਜ਼ ਕਈ ਵਾਰੀ 7th ਹਾਊਸ 'ਚ ਆ ਜਾਏ ਜਾਂ 8th ਹਾਊਸ, ਦੋਜ਼ ਆਰ ਕੰਸੀਡਰਡ ਟੂ ਬੀ ਅ ਮੋਰ ਮੈਲੇਫਿਕ, ਜ਼ਿਆਦਾ ਪ੍ਰਭਾਵ ਦਊਗੀ ਰਾਦਰ ਦੈਨ ਆਪਾਂ 12ਵੇਂ ਘਰ ਦੀ ਗੱਲ ਕਰੀਏ ਜਾਂ ਫਸਟ ਹਾਊਸ ਦੀ ਗੱਲ ਕਰੀਏ। ਸੋ ਹਰੇਕ ਮੰਗਲੀਕ ਦਾ ਇੱਕੋ ਜਿਹਾ ਪ੍ਰਭਾਵ ਨਹੀਂ ਹੁੰਦਾ ਕਿ ਇੱਕੋ ਹੀ ਪ੍ਰਭਾਵ ਦਊਗਾ, ਡਿਫਰੈਂਟ ਤਰੀਕੇ ਦਾ ਪ੍ਰਭਾਵ ਹੁੰਦਾ। ਜਿੱਦਾਂ 12ਵੇਂ ਘਰ ਦਾ ਮੰਗਲਿਕ ਆ, ਇਹ ਹੁਣ ਵਿਆਹ ਦੇ ਵਿੱਚ ਜਿਹੜੇ ਰਿਸ਼ਤੇ ਆਉਂਦੇ ਆ ਸਟਾਰਟਿੰਗ ਦੇ ਵਿੱਚ, ਰਿਸ਼ਤਾ ਪਹਿਲੀ ਵਾਰ 'ਚ ਨਹੀਂ ਹੁੰਦਾ ਇਹਨਾਂ ਦਾ, ਦੂਜੇ ਤੀਜੇ ਚੌਥੇ, ਜਾਂ ਰਿਸ਼ਤਾ ਹੋ ਗਿਆ ਸੀ ਫਿਰ ਨਾ ਨੁੱਕਰ ਹੋ ਗਈ, ਉਹਨੂੰ ਕਹਿੰਦੇ ਰਿਸ਼ਤੇ ਟੁੱਟਣੇ। ਇਹ 12ਵੇਂ ਘਰ ਦੇ ਮੰਗਲਿਕ ਦਾ ਰਿਜ਼ਲਟ ਆਊ। ਹੁਣ ਜਿੱਦਾਂ ਫਸਟ ਹਾਊਸ 'ਚ ਮਾਰਸ ਆ ਜੇ, ਇਹ ਬੰਦੇ ਥੋੜਾ ਜਿਹਾ ਅਗਰੈਸਿਵ ਹੁੰਦੇ ਨੇ ਆਪਣੇ ਪਾਰਟਨਰ ਤੇ, ਬੇਸਿਕਲੀ ਡੋਮੀਨੇਟਿੰਗ ਇਨ ਨੇਚਰ ਕਹਿੰਦੇ ਇੰਗਲਿਸ਼ ਦੇ ਵਿੱਚ। ਇੱਕ ਪਾਰਟਨਰ ਦੂਸਰੇ ਤੇ ਜ਼ਿਆਦਾ ਡੋਮੀਨੇਟਿੰਗ ਰਹੂਗਾ ਤੇ ਫੈਮਿਲੀ ਤੇ ਵੀ ਰਹੂਗਾ, ਲੜਾਈ ਝਗੜੇ ਜ਼ਿਆਦਾ ਹੋਣਗੇ ਬੇਸਿਕਲੀ। ਸੋ ਇਹ ਚੀਜ਼ਾਂ ਦਾ ਇਸ ਤਰੀਕੇ ਨਾਲ ਪ੍ਰਭਾਵ ਮੰਨਿਆ ਜਾਂਦਾ ਮੰਗਲਿਕ ਦੀ ਪੋਜੀਸ਼ਨ ਦੇ ਅਕੋਰਡਿੰਗਲੀ। ਚਲੋ ਜਿਵੇਂ ਆਪਣਾ ਵਿਆਹ ਹੋ ਗਿਆ, ਹੋਰੋਸਕੋਪ ਮੈਚ ਹੋ ਗਏ, ਸਾਰਾ ਕੁਝ ਹੋ ਗਿਆ, ਉਸ ਤੋਂ ਬਾਅਦ ਕਈ ਵਾਰ ਐ ਹੁੰਦਾ ਹੈ ਕਿ ਆਪਾਂ ਜਦੋਂ ਵਿਆਹ ਹੁੰਦਾ ਹੈ ਤੇ ਵਿਆਹ ਹੋਣ ਤੋਂ ਬਾਅਦ ਆਪਾਂ ਕੁੜੀ ਜਦੋਂ ਘਰ ਜਾਂਦੀ ਹੈ ਮੁੰਡੇ ਦੇ, ਉੱਥੇ ਬਣਦੀ ਨਹੀਂ ਹੈ, ਅੱਗੇ ਲੜਾਈਆਂ ਹੋਰ ਕਲੇਸ਼ ਇਦਾਂ ਦਾ ਬਹੁਤ ਹੁੰਦਾ, ਉਹ ਵੀ ਅੱਗੇ ਜਾ ਕੇ ਮੈਰਿਜ ਟੁੱਟਣ ਦਾ ਇੱਕ ਵੱਡਾ ਕਾਰਨ ਬਣਦੇ ਨੇ। ਇਹ ਕੀ ਇਨ-ਲਾਸ ਜਿੱਦਾਂ ਫੈਮਿਲੀ ਦੀ ਗੱਲ ਕਰਦੇ ਆਪਾਂ। ਸੋ ਬੇਸਿਕਲੀ ਇਹਦੇ 'ਚ ਦੇਖਿਆ ਕੀ ਜਾਂਦਾ ਵਾ, ਜਿੱਦਾਂ ਹੁਣ ਬੇਟੀ ਦਾ ਕਰ ਰਹੇ ਆ ਜਾਂ ਜਿਹਦਾ ਵੀ ਪਾਰਟਨਰ ਦੀ ਗੱਲ ਕਰਦੇ ਆ, ਜੇ ਲੈਟਸ ਸੇ ਕੁੜੀ ਕਰ ਰਹੀ ਹੈ ਤਾਂ ਮੁੰਡੇ ਦਾ, ਮੁੰਡਾ ਕਰ ਰਿਹਾ ਤਾਂ ਕੁੜੀ ਦਾ। ਇਹਨਾਂ ਦਾ 8th ਹਾਊਸ ਦੇਖੀਦਾ, ਬੇਸਿਕਲੀ 8th ਹਾਊਸ ਇਜ਼ ਅ ਹਾਊਸ ਆਫ ਇਨ-ਲਾਸ, ਤੇ ਤੁਹਾਡੀ ਇਨ-ਲਾਸ ਨਾਲ ਕਿੰਨੀ ਕੁ ਬਣਨੀ ਹੈਗੀ ਆ। ਸੈਕੰਡ ਥਿੰਗ, ਤੁਹਾਡਾ ਚੰਦਰਮਾ ਤੇ ਸੂਰਜ, ਉਹਦੀ ਵੀ ਅਸਲ ਦੇ ਵਿੱਚ ਪੋਜੀਸ਼ਨ ਦੇਖਣੀ ਪੈਂਦੀ ਆ ਕਿ ਉਹ ਪੀੜਤ ਤਾਂ ਨਹੀਂ ਹੈਗੇ, ਪੋਜ਼ਿਟਿਵ ਜਾਂ ਨੈਗੇਟਿਵ, ਕਿਸ ਤਰੀਕੇ ਦਾ ਪ੍ਰਭਾਵ ਆਊਗਾ। ਤੀਸਰੀ ਥਿੰਗ, ਜਿਹੜੇ ਇਨਸਾਨ ਦੀ ਜਿਹਦੀ ਵੀ ਆਪਾਂ ਗੱਲ ਕਰਦੇ ਹਾਂ ਉਹਦੀ ਦਸ਼ਾ ਦੇਖਣੀ ਪੈਂਦੀ ਹੈ, ਦਸ਼ਾ ਕਿਹਦੀ ਆ। ਜੇ 8th ਹਾਊਸ ਦੇ ਲਾਰਡ ਦੀ ਦਸ਼ਾ ਚੱਲਦੀ ਹੈ, ਲੈਟਸ ਸੇ ਰਾਹੂ ਬੈਠਾ ਉੱਥੇ, ਲੈਟਸ ਸੇ ਮਾਰਸ ਬੈਠਾ ਉੱਥੇ, ਸੈਟਰਨ ਬੈਠਾ ਉੱਥੇ, ਉਹਨੂੰ ਕਹਿੰਦੇ ਆ ਕਿ ਪੋਜ਼ਿਟਿਵ ਨਹੀਂ ਹੈਗਾ, ਪੀੜਤ ਆ ਅਸਲ ਦੇ ਵਿੱਚ ਉਹ ਘਰ। ਤੇ 8th ਹਾਊਸ ਦਾ ਲਾਰਡ ਵੀ ਕਹ ਲਓ 2 ਜਾਂ 3 ਪਲੈਨਟ ਬੈਠੇ ਆ, ਡਿਸਟਰਬਡ ਹੋਇਆ ਤੇ ਉਸੇ ਹੀ ਗ੍ਰਹਿ ਦੀ ਦਸ਼ਾ ਚੱਲੀ ਹੋਈ ਆ। ਇਨ ਦੋ ਸਰਕਮਸਟੈਂਸਸ ਫੇਰ ਕੀ ਆ ਕਿ ਇਨ-ਲਾਸ ਦੇ ਨਾਲ ਬਣਦੀ ਨਹੀਂ ਹੁੰਦੀ, ਮੀਨਸ ਘਰ ਦੇ ਵਿੱਚ ਅਸ਼ਾਂਤੀ ਰਹਿੰਦੀ ਹੁੰਦੀ ਆ, ਕਿਸੇ ਨਾ ਕਿਸੇ ਤਰੀਕੇ ਨਾਲ ਕਹ ਲਓ ਉਹਨਾਂ ਦੇ ਰਿਲੇਸ਼ਨਸ਼ਿਪ ਪੋਜ਼ਿਟਿਵ ਨਹੀਂ ਰਹਿੰਦੇ ਹੁੰਦੇ। ਜਾਂ ਕਈ ਵਾਰੀ ਕੁਝ ਪੋਜੀਸ਼ਨ ਇਦਾਂ ਦੀਆਂ ਹੁੰਦੀਆਂ, ਸਪੋਜ਼ ਕਿਸੇ ਦਾ ਰਾਹੂ 3rd ਹਾਊਸ 'ਚ ਰਹਿ ਜੇ, ਇਹਦੇ ਵਿੱਚ ਕੀ ਹੁੰਦਾ ਵਾ ਕਿ ਇਹ ਬੰਦੇ ਜੇ ਅਲੱਗ ਰਹਿਣਗੇ ਫੈਮਿਲੀ ਤੋਂ ਜਾਂ ਚੰਗੇ ਰਹਿਣਗੇ, ਅਸਲ ਦੇ ਵਿੱਚ ਪੋਜ਼ਿਟਿਵ ਰਹਿੰਦੇ ਹੁੰਦੇ ਆ, ਤਰੱਕੀ ਹੁੰਦੀ ਆ, ਜਾਂ ਇਹ ਬਣਿਆ ਹੀ ਇਸ ਪੋਜੀਸ਼ਨ ਲਈ ਹੈਗਾ ਵਾ। ਸੋ ਕੁਝ ਚੀਜ਼ਾਂ ਹੁੰਦੀਆਂ ਕਿ ਪਰਿਵਾਰ ਜੁਆਇੰਟ ਹੁੰਦਾ ਵਾ, ਕੁਝ ਚੀਜ਼ਾਂ ਦੇ ਵਿੱਚ ਹੁੰਦਾ ਕਿ ਪਰਿਵਾਰ ਨੇ ਜੁਆਇੰਟ ਰਹਿਣਾ ਨਹੀਂ ਹੈਗਾ, ਇਹਨਾਂ ਨੂੰ ਇਕੱਲੇ ਹੀ ਹੋਣਾ ਪੈਣਾ। ਸਪੋਜ਼ ਇਸੇ ਹੀ ਹੋਰੋਸਕੋਪ ਦੇ ਵਿੱਚ ਜੁਪੀਟਰ ਆ ਜਾਵੇ ਫਸਟ ਹਾਊਸ ਦੇ ਵਿੱਚ, ਜੁਪੀਟਰ ਆ ਜਾਏ 8th ਹਾਊਸ ਦੇ ਵਿੱਚ, ਇਹੋ ਜਿਹੇ ਬੰਦੇ ਜੁਆਇੰਟ ਫੈਮਿਲੀਜ਼ ਨੂੰ ਮੈਨੇਜ ਕਰ ਲੈਣਗੇ, ਇਕੱਠੇ ਰੱਖਣਗੇ ਅਸਲ ਦੇ ਵਿੱਚ। ਸੋ ਡਿਪੈਂਡ ਔਨ ਦਾ ਪਲੈਨੇਟਰੀ ਪੋਜੀਸ਼ਨ, ਕਿ ਜਿਸ ਤਰੀਕੇ ਦੀ ਪਲੈਨੇਟਰੀ ਪੋਜੀਸ਼ਨ ਹੋਊਗੀ ਉਸ ਤਰੀਕੇ ਨਾਲ ਉਹਦਾ ਨੈਗੇਟਿਵ ਰਿਜ਼ਲਟ ਆਉਣਾ ਸ਼ੁਰੂ ਹੋ ਜਾਂਦਾ ਔਨ ਦਾ ਇਨ-ਲਾਸ। ਸੋ 8th ਹਾਊਸ ਹੀ ਅਸਲ ਦੇ ਵਿੱਚ ਕਹ ਲਓ ਦੇਖਣਾ ਪੈਂਦਾ ਕਿ ਕਿੰਨਾ ਸਟਰੋਂਗ ਆ, ਕਿੰਨਾ ਪੀੜਤ ਆ। ਸੋ ਫਿਰ ਤਾਂ ਇਸ ਹਿਸਾਬ ਦੇ ਨਾਲ ਆਪਾਂ ਨੂੰ ਇਨ-ਲਾਸ ਦੇ ਵੀ ਦੇਖਣੇ ਪੈਣਗੇ ਜਾਂ ਇਨ-ਲਾਸ ਦੇ ਨਹੀਂ ਦੇਖਣੇ ਹੈ ਕਿ ਮੇਨ ਅਸਲ 'ਚ ਜਿਹਨੂੰ ਪ੍ਰੋਬਲਮ ਅਸਲ 'ਚ ਹੋ ਰਹੀ ਆ ਜਿਹੜੇ ਬੰਦੇ ਨੂੰ। ਸਪੋਜ਼ ਕਈ ਵਾਰੀ ਅਸੀਂ ਇਹ ਵੀ ਕੇਸ ਹੁੰਦਾ ਵਾ ਕਿ ਕਹਿ ਲਓ ਬੇਟੀ ਨੂੰ ਨਹੀਂ ਪ੍ਰੋਬਲਮ ਹੈਗੀ, ਅਸਲ 'ਚ ਇਨ-ਲਾਸ ਨੂੰ ਪ੍ਰੋਬਲਮ ਹੋ ਰਹੀ ਹੈਗੀ ਆ। ਇਨ-ਲਾਸ ਅਸਲ 'ਚ ਕਹਿ ਰਿਹਾ ਕਿ ਸਾਨੂੰ ਬੇਟੀ ਪ੍ਰੋਪਰਲੀ ਪੁੱਛਦੀ ਨਹੀਂ ਜਾਂ ਸਾਡੇ ਨਾਲ ਵਧੀਆ ਬਿਹੇਵ ਨਹੀਂ ਕਰਦੀ। ਹੁਣ ਇੱਥੇ ਕੁੜੀ ਦਾ ਹੋਰੋਸਕੋਪ ਦੀ ਲੋੜ ਦੇਖਣ ਦੀ ਨਹੀਂ ਹੈਗੀ, ਇੱਥੇ ਹੁਣ ਇਸ ਟਾਈਮ ਤੇ ਇਨ-ਲਾਸ ਦੀ ਦੇਖਣ ਦੀ ਲੋੜ ਆ। ਜਿਹੜੇ ਬੰਦੇ ਨੂੰ ਦੁਖੀ ਹੋ ਰਿਹਾ ਵਾ, ਜਿਹੜਾ ਬੰਦਾ ਦੁਖੀ ਹੋ ਰਿਹਾ ਅਸਲ 'ਚ ਉਹਦੇ ਗ੍ਰਹਿ ਉਹਨੂੰ ਦੁਖੀ ਕਰ ਰਿਹਾ, ਦੂਜਾ ਬੰਦਾ ਸਿਰਫ ਬਹਾਨਾ ਬਣ ਰਿਹਾ ਵਾ, ਕਿਉਂਕਿ ਦੁਖੀ ਜੇ ਉਹਨਾਂ ਨੇ ਹੋਣਾ ਕਿਸੇ ਹੋਰ ਨੇ ਵੀ ਦੁਖੀ ਕਰ ਦੇਣਾ ਵਾ। ਸੋ ਇਸ ਦੇ ਵਿੱਚ ਇਨ-ਲਾਸ ਨੂੰ ਆਪਣਾ ਹੋਰੋਸਕੋਪ ਵੀ ਦੇਖਣਾ ਚਾਹੀਦਾ ਕਿ ਸਾਨੂੰ ਕਿਹੜੇ ਗ੍ਰਹਿ ਅਸਲ 'ਚ ਦੁਖੀ ਗਾ। ਹੋ ਸਕਦਾ ਉਹਨਾਂ ਦਾ ਸ਼ਨੀ ਦਾ ਬਹੁਤ ਨੈਗੇਟਿਵ ਰਿਜ਼ਲਟ ਆ ਰਿਹਾ ਹੋਵੇ ਜਾਂ ਸਾੜ ਸਤੀ ਦਾ ਪ੍ਰਭਾਵ ਹੋਵੇ, ਮੀਨਸ ਕਿ ਸਟ੍ਰੈਸਡ ਆਊਟ ਹੋਣਾ ਲਾਈਫ 'ਚ। ਸੋ ਇਹ ਵੀ ਚੀਜ਼ਾਂ ਹੋ ਸਕਦੀਆਂ ਉਸ ਕੇਸਸ ਦੇ ਵਿੱਚ। ਇੱਕ ਦੂਜੀ ਗੱਲ ਇਹ ਹੈ ਕਿ ਜਿੱਦਾਂ ਇਹ ਤਾਂ ਆਪਾਂ ਅਰੇਂਜ ਮੈਰਿਜ ਦੀ ਗੱਲ ਕਰਦੇ ਹਾਂ, ਜੇ ਕੋਈ ਲਵ ਮੈਰਿਜ ਹੋ ਗਈ, ਲਵ ਮੈਰਿਜ ਦੇ ਵਿੱਚ ਐਦਾਂ ਹੁੰਦਾ ਹੈ ਕਿ ਚਲੋ ਪਹਿਲਾਂ ਤਾਂ ਪਤਾ ਨਹੀਂ ਲੱਗਿਆ, ਜਿਹੜਾ ਤੁਹਾਡਾ ਪਿਆਰ ਹੋਇਆ ਉਹ ਕਿਸੇ ਨਾਲ ਉਹਦੇ ਵਿੱਚ ਕੁੰਡਲੀਆਂ ਤਾਂ ਦੇਖੇ ਨਹੀਂ ਤੁਸੀਂ, ਉਹ ਤਾਂ ਹੋ ਗਿਆ। ਮੁੜ ਕੇ ਜਦੋਂ ਵਿਆਹ ਕਰ ਲਿਆ, ਮੁੜ ਕੇ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਕਾਫੀ ਟਾਈਮ ਬਾਅਦ ਅਲੱਗ ਹੋ ਗਏ, ਜਾਂ ਇਹਦੇ ਵਿੱਚ ਕੀ ਪ੍ਰੋਬਲਮਸ ਨੇ? ਦੇਖੋ ਇਹਦੇ ਵਿੱਚ ਬੜਾ ਈਜ਼ੀਲੀ ਸਾਨੂੰ ਪਤਾ ਲੱਗ ਜਾਂਦਾ ਵਾ। ਇਹਨੂੰ ਕਿਹਾ ਜਾਂਦਾ ਕਿ 5th ਹਾਊਸ ਦਾ ਲਾਰਡ ਨਾ ਜਦੋਂ ਵੀ ਕਿਸੇ ਦਾ ਹੋਰੋਸਕੋਪ ਦੇਖੀਦਾ,
ਇਸ ਟਾਈਮ ਪੀਰੀਅਡ ਜਿਹਦਾ ਵੀ ਦੇਖਾਂਗੇ 5th ਹਾਊਸ ਦਾ ਲਾਰਡ ਐਕਟੀਵੇਟਡ ਹੋਊਗਾ ਹੀ ਹੋਊਗਾ, ਉਸ ਦੇ ਵਿੱਚ ਬੈਠਾ ਪਲੈਨਟ ਜਾਂ ਉਸ ਹਾਊਸ ਦਾ ਲਾਰਡ ਉਹ 5th ਹਾਊਸ ਅਸਲ ਦੇ ਵਿੱਚ ਇੰਡੀਕੇਟ ਕਰੂਗਾ। ਪਰ ਇਹਦੇ 'ਚ ਦੇਖਣ ਵਾਲੀ ਗੱਲ ਹੁੰਦੀ ਆ ਕਿ ਸਾਡੇ ਨੈਟਲ ਹੋਰੋਸਕੋਪ 'ਚ 7th ਹਾਊਸ ਦਾ ਪੋਜੀਸ਼ਨ ਦਾ ਕਿੱਦਾਂ ਦਾ ਪ੍ਰਭਾਵ ਆ। ਜੇ ਤਾਂ ਉਹ ਪੋਜ਼ਿਟਿਵ ਹੈਗਾ ਵਾ ਫਿਰ ਤਾਂ ਉਹਦੀ ਆਊਟਕਮ ਪੋਜ਼ਿਟਿਵ ਆਊਗੀ। ਹੋ ਸਕਦਾ ਜੇ ਉਹ ਪੀੜਤ ਹੈਗਾ ਵਾ, ਸਪੋਜ਼ ਫॉर ਐਗਜ਼ਾਮਪਲ ਕਿਸੇ ਦਾ ਜੁਪੀਟਰ ਬੈਠਾ ਵਾ ਜਾਂ ਮਰਕਰੀ ਬੈਠਾ ਵਾ 7th ਹਾਊਸ ਦੇ ਵਿੱਚ ਤੇ ਸੈਟਰਨ ਬੈਠਾ ਵਾ 5th ਹਾਊਸ ਦੇ ਵਿੱਚ, ਇਸ ਕੰਡੀਸ਼ਨ ਦੇ ਵਿੱਚ 100% ਆ ਕੇ ਉਹਦੀ ਮੈਰਿਜ ਲਾਈਫ ਅਨਸਕਸੈਸਫੁਲ ਹੋਊਗੀ, ਲੜਾਈ ਹੋਊਗੀ, ਮੈਰਿਜ ਤੋਂ ਬਾਅਦ ਖੁਸ਼ੀ ਨਹੀਂ ਹੋਊਗੀ, ਦੁਖੀ ਹੋਊਗਾ ਇਹ ਬੰਦਾ। ਕਿਉਂਕਿ ਅਸੀਂ ਸਿਰਫ ਦੇਖਣਾ ਕਿ 7th ਹਾਊਸ ਕਿੰਨਾ ਸਟਰੋਂਗ ਹੈਗਾ ਵਾ, ਉਹ ਪੋਜ਼ਿਟਿਵ ਰਿਜ਼ਲਟ ਦੇ ਰਿਹਾ ਜਾਂ ਨੈਗੇਟਿਵ ਰਿਜ਼ਲਟ ਦੇ ਰਿਹਾ। ਤੇ ਮੈਰਿਜ ਦੇ ਵਿੱਚ 5th ਹਾਊਸ ਅਸਲ 'ਚ ਇਨਵੋਲਵ ਹੁੰਦਾ ਵਾ। ਜਦੋਂ 5th ਹਾਊਸ ਇਨਵੋਲਵ ਹੋਊਗਾ ਉਹਦੇ ਵਿੱਚ ਅਸੀਂ ਕਹਾਂਗੇ ਕਿ ਲਵ ਮੈਰਿਜ ਦੇ ਜ਼ਿਆਦਾ ਚਾਂਸਸ ਆ। ਪਰ ਇਹਦੇ ਵਿੱਚ ਹੋਰ ਵੀ ਚੀਜ਼ਾਂ ਹੁੰਦੀਆਂ ਨੇ। ਇਹਦੇ 'ਚ ਇੱਕ ਹੋਰ ਸਵਾਲ ਬੜਾ ਆਉਂਦਾ ਵਾ, ਇਹ ਲੜਕੀ ਵੱਲੋਂ ਵੀ ਹੋ ਸਕਦਾ, ਲੜਕੇ ਵੱਲੋਂ ਵੀ ਹੋ ਸਕਦਾ। ਉਹਨਾਂ ਦਾ ਸਵਾਲ ਇਹ ਹੋ ਸਕਦਾ ਕਿ ਜਿਹੜਾ ਮੇਰਾ ਇਹ ਜੋ ਵੀ ਰਿਲੇਸ਼ਨਸ਼ਿਪ ਆ, ਇਜ਼ ਇਟ ਅ ਪਲੇਟੋਨਿਕ, ਇਟ ਇਜ਼ ਜਸਟ ਅ ਫਿਜ਼ੀਕਲ। ਸੋ ਇਹ ਸਿਰਫ ਕਹਿ ਲਓ ਵੀ ਇਹ ਰੱਬੀ ਪਿਆਰ ਹੋ ਰਿਹਾ ਵਾ ਜਿਹਨੂੰ ਸੋਲਮੇਟ ਕਿਹਾ ਜਾਂਦਾ ਵਾ। ਸੋਲਮੇਟ ਆ ਕਿ ਸਿਰਫ ਇਹ ਕਹਿ ਲਓ ਵੈਸੇ ਹੀ ਮਤਲਬ ਫਿਜ਼ੀਕਲੀ ਵੈਸੇ ਹੀ ਕਰ ਰਹੇ ਆ। ਸੋ ਇਹ ਵੀ ਹੋਰੋਸਕੋਪ ਦੇ ਪਲੈਨਟ ਦੱਸ ਸਕਦੇ ਆ ਸਾਨੂੰ ਕਿ ਇਹ ਜਿਹੜਾ ਦੂਸਰਾ ਬੰਦਾ ਵਾ ਉਹਦੀ ਇੰਟੈਂਸ਼ਨ ਅਸਲ 'ਚ ਕੀ ਹੈਗੀ ਆ। ਇਜ਼ ਇਟ ਅ ਰੀਅਲ ਲਵ, ਸੋਲਮੇਟ ਵਾਲਾ ਲਵ ਆ ਜਾਂ ਵੈਸੇ ਹੀ ਇਹ ਚੱਲਦਾ ਪਿਆ ਵਾ ਕਿ ਐਟਲੀਸਟ ਬੰਦਾ ਆਪਣੀ ਜ਼ਿੰਦਗੀ ਨਾ ਖਰਾਬ ਕਰ ਲੇ। ਕਿਉਂਕਿ ਬਹੁਤ ਵਾਰੀ ਇਦਾਂ ਹੁੰਦਾ 2 ਮਹੀਨੇ ਜਾਂ 6 ਮਹੀਨੇ ਸਾਲ ਚੱਲਦਾ ਰਹਿੰਦਾ, ਪਰ ਉਹ ਮਹੀਨੇ ਜਦੋਂ ਵਿਆਹ ਹੁੰਦਾ ਮਹੀਨੇ ਬਾਅਦ ਹੀ ਬੰਦਾ ਬਦਲ ਜਾਂਦਾ ਵਾ। ਸੋ ਉਹ ਚੀਜ਼ ਅਸੀਂ ਬਿਲਕੁਲ ਹੋਰੋਸਕੋਪ ਤੋਂ ਦੇਖ ਸਕਦੇ ਹਾਂ ਕਿ ਇਹ ਜੋ ਵੀ ਰਿਲੇਸ਼ਨ ਚੱਲ ਰਿਹਾ ਹੈਗਾ ਵਾ ਉਹ ਪਲੇਟੋਨਿਕ ਆ, ਸੋਲਮੇਟ ਆ ਜਾਂ ਵੈਸੇ ਹੀ ਆ। ਪਲੈਨਟਸ ਉਹਦੇ ਬੋਲਣਗੇ ਉਸ ਟਾਈਮ ਤੇ। ਸਪੋਜ਼ ਕਿਸੇ ਦੀ ਦਸ਼ਾ ਰਾਹੂ ਦੀ ਚੱਲਦੀ ਆ, ਦਸ਼ਾ ਬੜਾ ਨੈਗੇਟਿਵ ਰਿਜ਼ਲਟ ਦੇ ਰਹੀ ਆ ਤੇ ਬੰਦਾ ਕਿਸੇ ਕੁੜੀ ਵੀ ਹੋ ਸਕਦਾ, ਮੁੰਡਾ ਵੀ ਹੋ ਸਕਦਾ, ਉਹ ਕਹੇ ਕਿ ਮੈਨੂੰ ਬਹੁਤ ਸੱਚਾ ਪਿਆਰ ਹੋ ਚੁੱਕਿਆ, ਦੂਸਰਾ ਬੰਦਾ ਮੈਨੂੰ ਬਹੁਤ ਜ਼ਿਆਦਾ। ਇੱਥੇ ਉਹ ਇੰਡੀਕੇਟ ਕਰ ਰਿਹਾ ਵਾ ਰਾਹੂ ਦਾ ਰਿਜ਼ਲਟ ਕਿ ਮੇਨ ਕੀ ਹੈਗਾ ਕਿ ਇਹਨੇ ਕਿਸੇ ਵੀ ਤਰੀਕੇ ਨਾਲ ਅਸਲ 'ਚ ਫਸਾਉਣਾ ਹੈਗਾ ਵਾ। ਅਸਲ 'ਚ ਕਿ ਫਸੇ ਤੇ ਬਾਅਦ 'ਚ ਇਹਨੂੰ ਰਿਜ਼ਲਟ ਮਿਲੇ, ਬਾਅਦ 'ਚ ਡਿਵੋਰਸ ਦੇ ਕੇਸਾਂ 'ਚ ਫਸਾ ਰਹੇ। ਸੋ ਸਟ੍ਰੈਸਡ ਆਊਟ ਲਈ ਹੁੰਦਾ। ਸੋ ਓਵਰਆਲ ਸਾਡਾ ਹੋਰੋਸਕੋਪ ਦੇ ਪਲੈਨਟ ਦੱਸ ਸਕਦੇ ਆ ਕਿ ਜਿਹੜੀ ਵੀ ਅਸੀਂ ਐਕਟ ਕਰਨ ਲੱਗੇ ਆ ਜਾਂ ਜੋ ਵੀ ਅਸੀਂ ਕੰਮ ਕਰਨ ਲੱਗੇ ਆ ਇਹ ਸਾਡੇ ਫੇਵਰ ਦੇ ਵਿੱਚ ਆ ਜਾਂ ਨਾਨ ਫੇਵਰ ਦੇ ਵਿੱਚ ਆ, ਸਾਡੇ ਸਾਨੂੰ ਨੁਕਸਾਨ ਤਾਂ ਨਹੀਂ ਹੋ ਜੂਗੀ, ਇਹਦੀ ਆਊਟਕਮ ਕੀ ਹੈਗੀ ਆ। ਸੋ ਇਹ ਚੀਜ਼ਾਂ ਅਸੀਂ ਦੇਖ ਸਕਦੇ ਹਾਂ ਹੋਰੋਸਕੋਪ ਨੂੰ ਦੇਖ। ਅੱਜ ਕੱਲ੍ਹ ਦੇ ਵਿੱਚ ਕਈ ਵਾਰ ਇਹ ਵੀ ਦੇਖਿਆ ਜਾਂਦਾ ਹੈ ਕਿ ਜਿਵੇਂ ਤੁਹਾਡਾ ਵਿਆਹ ਹੋ ਗਿਆ 5-7 ਮਹੀਨੇ 2-4 ਮਹੀਨੇ ਜਾਂ ਸਾਲ ਤੱਕ ਚੱਲਿਆ, ਮੁੜ ਕੇ ਡਾਈਵੋਰਸ ਹੋ ਗਿਆ, ਡਾਈਵੋਰਸ ਤੋਂ ਬਾਅਦ ਦੂਜਾ ਵਿਆਹ ਹੋ ਗਿਆ, ਦੂਜਾ ਵਿਆਹ ਕਾਫੀ ਸਕਸੈਸਫੁਲ ਹੋ ਜਾਂਦਾ ਹੈ। ਦੇਖੋ ਇਹਦੇ ਵਿੱਚ ਵੀ ਹੁਣ ਜਿੱਦਾਂ ਜੇ ਕਿਸੇ ਦਾ ਸਕਸੈਸਫੁਲ ਹੁੰਦਾ ਪਿਆ, ਦੇਖੋ 2 ਤਰ੍ਹਾਂ ਦੀ ਚੀਜ਼ਾਂ ਹੁੰਦੀਆਂ, ਕਾਫੀ ਇਹ ਕੇਸਿਸ ਆਉਂਦੇ ਨੇ। ਇਹਦੇ 'ਚ ਕੀ ਆ, ਪਹਿਲੀ ਮੈਰਿਜ ਹੋਈ ਸੀਗੀ, ਫਿਰ ਦੂਜੀ ਵੀ ਨਹੀਂ ਚੱਲੀ, ਫਿਰ ਤੀਜੀ ਵੀ ਨਹੀਂ ਚੱਲੀ। ਇੱਕ ਤਾਂ ਆਹ ਤਰ੍ਹਾਂ ਦੇ ਕੇਸ ਹੁੰਦੇ। ਇੱਕ ਹੁੰਦਾ ਕਿ ਪਹਿਲੀ ਕੀਤੀ, ਪਹਿਲੀ ਸਕਸੈਸਫੁਲ ਆ। ਇੱਕ ਹੁੰਦਾ ਪਹਿਲੀ ਕੀਤੀ ਫੇਲ ਹੋ ਗਈ, ਦੂਸਰੀ ਕੀਤੀ ਸਕਸੈਸਫੁਲ ਹੋ ਗਈ। ਅੱਡ ਸਾਰਿਆਂ ਦੇ ਕੁਐਸਚਨਾਂ ਦੇ ਆਨਸਰ ਨੇ। ਹੁਣ ਜਿਹੜੇ ਕੇਸ ਦੇ ਵਿੱਚ ਕਿ ਪਹਿਲੀ ਅਸਲ 'ਚ ਕੀਤੀ ਸੀਗੀ ਉਹ ਅਨਸਕਸੈਸਫੁਲ ਸੀ, ਸੈਕੰਡ ਜਿਹੜੀ ਮੈਰਿਜ ਕੀਤੀ ਠੀਕ ਹੋ ਗਈ। ਇਹਦੇ ਤੋਂ ਇਹ ਪਤਾ ਲੱਗਦਾ ਵਾ ਕਿ ਉਸ ਬੰਦੇ ਦੇ ਨੈਟਲ ਮੀਨਸ ਜਿਨ੍ਹਾਂ ਗ੍ਰਹਿਾਂ 'ਚ ਉਹਨੇ ਜਨਮ ਲਿਆ ਉਹ ਖਰਾਬ ਨਹੀਂ ਹੈਗੇ। ਤੇ ਮੋਰ ਓਵਰ ਉਹਦਾ ਜੁਪੀਟਰ ਜਿਹੜਾ ਰਿਜ਼ਲਟ ਦੇ ਰਿਹਾ, ਜੇ ਆਪਾਂ ਲੇਡੀਜ਼ ਦਾ ਹੋਰੋਸਕੋਪ ਦੇਖਦੇ ਆ ਤਾਂ ਉਹਦਾ ਜੁਪੀਟਰ ਪੋਜ਼ਿਟਿਵ ਆ, ਜੇ ਮੇਲ ਦਾ ਹੋਰੋਸਕੋਪ ਦੇਖ ਰਹੇ ਆ ਤਾਂ ਵੀਨਸ ਪੋਜ਼ਿਟਿਵ ਆ। ਕਿਉਂਕਿ ਬਾਏ ਕਹਿ ਲਓ ਜਿਹੜਾ ਇਨ ਡਿਫਾਲਟ ਜਿਹੜਾ ਉਹਦਾ ਹੋਰੋਸਕੋਪ ਆ ਉਹਦੇ 'ਚ ਡਿਸਟਰਬੈਂਸ ਨਹੀਂ, ਜਿਹੜਾ ਡਿਵੋਰਸ ਹੋਇਆ ਸੀ ਦੈਟ ਇਜ਼ ਓਨਲੀ ਬਿਕੋਜ਼ ਆਫ ਦਸ਼ਾ। ਦਸ਼ਾ ਮੀਨਸ ਜਿਹੜੇ ਗ੍ਰਹਿ ਦਾ ਪ੍ਰਭਾਵ ਪੈ ਰਿਹਾ ਸੀ ਉਹ ਕਹਿ ਲਓ ਚੱਲਦੇ ਰਹਿੰਦੇ ਨੇ। ਜਿੱਦਾਂ ਹੁਣ ਕਿਸੇ ਦਾ ਮੂਨ ਦੀ ਦਸ਼ਾ ਆਈ, ਕਿਸੇ 10 ਸਾਲ ਦਾ ਪੀਰੀਅਡ ਹੈਗਾ ਵਾ, ਹੁਣ ਮੂਨ ਰੂਲ ਕਰੂ। ਸਪੋਜ਼ ਮੂਨ ਤੜਵਾ ਰਿਹਾ ਮੈਰਿਜ, ਉਹ ਤੜਵਾ ਦੂਗਾ ਅਸਲ ਦੇ ਵਿੱਚ, ਪਰ ਬਾਏ ਬਰਥ ਤੋਂ ਪਲੈਨਟਸ ਆਰ ਨਾਟ ਨੈਗੇਟਿਵ। ਸੋ ਇਹੀ ਅਸੀਂ ਕਹਿੰਦੇ ਹਾਂ, ਇਹੀ ਚੀਜ਼ਾਂ ਨਾਲ ਅਸੀਂ ਰੈਮੇਡੀ ਕਰਦੇ ਹਾਂ। ਕਈ ਵਾਰੀ ਬਾਏ ਬਰਥ ਜਿਹੜੇ ਪਲੈਨਟ ਨੇ ਸਟਰੋਂਗ ਹੁੰਦੇ ਆ, ਪੋਜ਼ਿਟਿਵ ਹੁੰਦੇ ਆ, ਸਿਰਫ ਟਾਈਮ ਫॉर ਦਾ ਟਾਈਮ ਪੀਰੀਅਡ ਜਿਹੜੇ ਪਲੈਨਟ ਨੇ ਨੈਗੇਟਿਵ ਰਿਜ਼ਲਟ ਦੇ ਰਹੇ ਆ ਉਹਨੂੰ ਅਸੀਂ ਠੀਕ ਕਰ ਸਕਦੇ ਹਾਂ। ਦੋਜ਼ ਆਰ ਫਿਕਸੇਬਲ। ਕਈ ਵਾਰੀ ਕੁਝ ਮੈਰਿਜਸ ਹੁੰਦੀਆਂ ਨੇ ਕਿ ਜੀ ਸਾਡਾ ਹੁਣ ਡਿਵੋਰਸ ਤੱਕ ਚਲਿਆ ਗਿਆ ਜੀ ਕੰਮ, ਹੁਣ ਤਾਂ ਸਾਡੇ ਬਿਲਕੁਲ ਪੇਪਰ ਫੜਾਉਣ ਤੱਕ ਆ ਗਏ ਆ, ਸੈਪਰੇਸ਼ਨ ਹੋ ਚੁੱਕੀ ਆ। ਪਰ ਜਦੋਂ ਅਸੀਂ ਹੋਰੋਸਕੋਪ ਦੇ ਪਲੈਨਟ ਦੇਖਦੇ ਹਾਂ, ਪਲੈਨਟਸ ਆਰ ਪੋਜ਼ਿਟਿਵ, ਪਲੈਨਟਸ ਖਰਾਬ ਨਹੀਂ ਹੁੰਦੇ ਉਹਨਾਂ ਦੇ। ਇਹ ਸਿਰਫ ਟਾਈਮ ਪੀਰੀਅਡ ਹੁੰਦਾ ਕਿ 2 ਸਾਲ ਲਈ ਨੈਗੇਟਿਵ ਆ। ਸੋ ਉਹਨਾਂ ਦੀ ਕੀ ਹੈ, ਜਦੋਂ ਅਸੀਂ ਰੈਮੇਡੀ ਕਰਦੇ ਹਾਂ ਬੜਾ ਸਕਸੈਸਫੁਲ ਰਿਜ਼ਲਟ ਆਉਂਦਾ ਵਾ ਐਂਡ ਦੇ ਲਿਵ ਹੈਪੀਲੀ। ਸੋ ਉਹ ਚੀਜ਼ ਵਧੀਆ ਰਹਿੰਦੀ ਹੈਗੀ ਆ। ਕਈ ਵਾਰ ਇਦਾਂ ਹੁੰਦਾ ਹੈ ਕਿ ਤੁਹਾਡਾ ਵਿਆਹ ਹੋਇਆ 2-4 ਮਹੀਨੇ ਚੰਗਾ ਚੱਲਿਆ, ਫਿਰ ਉਸ ਤੋਂ ਬਾਅਦ ਕਲੇਸ਼ ਹੋਣੇ ਸ਼ੁਰੂ ਹੋ ਗਏ ਤੇ ਕਾਫੀ ਲੜਾਈਆਂ ਹੋਣ ਲੱਗ ਜਾਂਦੀਆਂ, ਬੰਦਾ ਚੇਂਜ ਹੋਣ ਲੱਗ ਜਾਂਦਾ। ਇਹ ਬੰਦੇ ਦੇ ਚੇਂਜ ਹੋਣ ਦਾ ਕਾਰਨ ਕੀ ਹੋ ਸਕਦਾ ਹੈ? ਇਹ ਕੁੜੀ ਵੱਲੋਂ ਵੀ ਹੋਵੇ, ਮੁੰਡੇ ਵੱਲੋਂ ਵੀ ਹੋਵੇ।
ਦੇਖੋ ਮੇਨ ਇਹ ਚੀਜ਼ਾਂ ਹੁੰਦੀਆਂ ਜਾਂ ਤਾਂ ਜਦੋਂ ਮੰਗਲਿਕ ਦੋਸ਼ ਦਾ ਪ੍ਰਭਾਵ ਹੁੰਦਾ। ਸੈਕੰਡ ਥਿੰਗ ਹੁੰਦੀ ਆ ਜਦੋਂ ਵੀ ਰਾਹੂ ਕੇਤੂ ਤੇ ਸ਼ਨੀ ਕਿਸੇ ਦੇ ਹੋਰੋਸਕੋਪ 'ਚ ਨੈਗੇਟਿਵ ਰਿਜ਼ਲਟ ਦਿੰਦੇ ਹੋਣ, ਇਹ ਪ੍ਰਭਾਵ ਉਦੋਂ ਪੈਂਦਾ ਵਾ ਅਸਲ ਦੇ ਵਿੱਚ, ਉਦੋਂ ਕਹਿ ਲਓ ਸਾਡੇ ਬਿਹੇਵੀਅਰ ਤੇ ਉਹ ਚੀਜ਼ਾਂ ਹੁੰਦੀਆਂ ਨੇ। ਥਰਡ ਥਿੰਗ, ਕਿਸੇ ਬੰਦੇ ਦਾ ਵੀ ਅਸੈਂਡੈਂਟ ਦੇਖਣਾ ਬਹੁਤ ਜ਼ਰੂਰੀ ਹੁੰਦਾ ਜਦੋਂ ਕਿਸੇ ਦੀ ਵੀ ਮੈਚ ਮੇਕਿੰਗ ਕੀਤੀ ਜਾਂਦੀ ਹੈ ਕਿ ਬੰਦੇ ਦਾ ਸੋਚਣੀ ਕਿੱਦਾਂ ਦੀ ਹੈਗੀ, ਇਸ ਬੰਦੇ ਦੀ ਕਿੱਦਾਂ ਦਾ ਥਿੰਕ ਕਰਦਾ ਹੈ ਬੰਦਾ, ਕਿੱਦਾਂ ਦੇ ਬਿਹੇਵੀਅਰ ਦਊਗਾ, ਝੂਠ ਤਾਂ ਨਹੀਂ ਬੋਲਦਾ ਹੈਗਾ ਇਹ ਬੰਦਾ ਜ਼ਿਆਦਾ, ਚੀਜ਼ਾਂ ਨੂੰ ਬਦਲਦਾ ਤਾਂ ਨਹੀਂ ਹੈਗੇ ਜ਼ਿਆਦਾ। ਤਾਂ ਚਾਹੇ ਮੈਂ ਤੁਹਾਨੂੰ ਕਿਹਾ ਜਿਹੜਾ ਦੇਖਿਆ ਪਲੇਟੋਨਿਕ ਲਵ ਆ ਕਿ ਨਹੀਂ ਲਵ ਰੀਅਲ ਆ ਕਿ ਨਾਨ ਰੀਅਲ ਅਸਲ ਦੇ ਵਿੱਚ, ਉਹ ਚੀਜ਼ਾਂ ਉਹਨਾਂ ਹੋਰੋਸਕੋਪ 'ਚ ਦੇਖੀ ਦੀਆਂ ਕਿ ਅਸਲ 'ਚ ਮੇਜਰਲੀ ਕਿਹੜੇ ਪਲੈਨਟ ਜ਼ਿਆਦਾ ਚੱਲਦੇ ਪਏ ਆ। ਹੋ ਸਕਦਾ ਉਸ ਬੰਦੇ ਤੇ ਰਾਹੂ ਦਾ, ਸੈਟਰਨ ਦਾ, ਕੇਤੂ ਦਾ ਪ੍ਰਭਾਵ ਜ਼ਿਆਦਾ ਹੋਵੇ ਤੇ ਨੈਗੇਟਿਵ ਹੋਵੇ ਉਸ ਬੰਦੇ ਦਾ, ਉਸ ਪੋਜੀਸ਼ਨ ਦੇ ਵਿੱਚ ਉਹ ਚੀਜ਼ਾਂ ਫਿਰ ਸਕਸੈਸਫੁਲ ਨਹੀਂ ਹੁੰਦੀਆਂ ਹੈਗੀਆਂ। ਤੇ ਕਈ ਵਾਰ ਇਦਾਂ ਵੀ ਹੁੰਦਾ ਕਿ ਬੰਦਾ ਆਪਣੇ ਆਪ ਨੂੰ ਫਿਰ ਸਿਚੁਏਸ਼ਨਸ ਦੇ ਹਿਸਾਬ ਨਾਲ ਢਾਲ ਲੈਂਦਾ ਤੇ ਫਿਰ ਉਹ, ਜਾਂ ਫਿਰ ਕਈ ਵਾਰ ਇਦਾਂ ਵੀ ਹੁੰਦਾ ਕਿ ਜਿਵੇਂ ਕੋਈ ਬੱਚਾ ਹੋ ਗਿਆ, ਬੱਚੇ ਤੋਂ ਬਾਅਦ ਸਿਚੁਏਸ਼ਨ ਚੇਂਜ ਹੋ ਜਾਂਦੀ ਹੈ। ਇਹਦੇ ਵਿੱਚ ਵੀ ਦੇਖੋ ਬਿਲਕੁਲ ਇਹਦੇ 'ਚ ਇਹ ਵੀ ਚੀਜ਼ ਹੁੰਦੀ ਆ, ਕਈ ਵਾਰੀ ਕਈਆਂ ਦਾ ਸਵਾਲ ਹੁੰਦਾ ਕਿ ਬੱਚੇ ਹੋਣ ਤੋਂ ਬਾਅਦ ਸਾਡਾ ਹੋ ਸਕਦਾ ਕਿਸੇ ਦਾ, ਕਈ ਜਣੇ ਕਹਿੰਦੇ ਸਾਡਾ ਮਾੜਾ ਹੋ ਗਿਆ, ਕਈ ਕਹਿੰਦੇ ਸਾਡਾ ਚੰਗਾ ਹੋ ਗਿਆ ਜੀ। ਦੇਖੋ ਇਹਦੇ 'ਚ ਹੁਣ ਪਹਿਲੀ ਤੇ ਗੱਲ ਮੈਂ ਕਲੀਅਰ ਕਰ ਦੇਣੀ, ਬੱਚੇ ਦਾ ਕੋਈ ਕਸੂਰ ਨਹੀਂ ਹੈਗਾ ਜੀ। ਇਹ ਨਾ ਕਹੋ ਕਿ ਬੱਚੇ ਦੇ ਗ੍ਰਹਿਾਂ ਦੇ ਕਰਕੇ ਸਾਡੀ ਲਾਈਫ ਖਰਾਬ ਹੋ ਗਈ, ਕਈ ਜਣੇ ਇਦਾਂ ਕਰਨਾ ਸ਼ੁਰੂ ਕਰ ਦਿੰਦੇ ਆ ਬੱਚੇ ਨੂੰ ਹੀ, ਫਿਰ ਉਹਦੀ ਕੀ ਆ, ਬੱਚੇ ਦੀ ਲਾਈਫ ਡਿਫਿਕਲਟ ਹੋ ਜਾਂਦੀ ਆ ਕਿਉਂਕਿ ਮਾਂ-ਬਾਪ ਪਿਆਰ ਦੀ ਨਜ਼ਰ ਨਾਲ ਨਹੀਂ ਬੱਚੇ ਨੂੰ ਦੇਖਦੇ, ਅਸਲ 'ਚ ਕੁੱਟਦੇ ਰਹਿੰਦੇ ਆ, ਅਸਲ ਵੀ ਤੇਰੇ ਕਰਕੇ ਸਾਡਾ ਖਰਾਬ ਹੋ ਰਿਹਾ ਵਾ। ਫਸਟ ਥਿੰਗ ਇਜ਼ ਬੱਚੇ ਦੇ ਕਰਕੇ ਕੋਈ ਕੁਝ ਨਹੀਂ ਹੋ ਰਿਹਾ, ਬੱਚਾ ਆਪਦੇ ਕਰਮ ਲੈ ਕੇ ਪੈਦਾ ਹੋਇਆ, ਮਾਂ ਆਪਣੇ ਕਰਮ ਲੈ ਕੇ ਪੈਦਾ ਹੋਈ, ਬਾਪ ਆਪਣੇ ਕਰਮ ਲੈ ਕੇ ਪੈਦਾ ਹੋਇਆ। ਸੋ ਸਿਰਫ ਬੱਚੇ ਦੇ ਗ੍ਰਹਿ ਦੱਸਦੇ ਕੀ ਪਏ ਆ, ਬੱਚੇ ਦਾ ਲੈਟਸ ਸੇ ਸੂਰਜ ਕੀ ਦੱਸਦਾ, ਸੂਰਜ ਹੁੰਦਾ ਪਿਤਾ ਦਾ ਕਾਰਕ ਮੰਨਿਆ ਜਾਂਦਾ, ਚੰਦਰਮਾ ਹੁੰਦੀ ਆ ਮਾਂ ਦਾ ਕਾਰਕ ਮੰਨਿਆ ਜਾਂਦਾ। ਸਪੋਜ਼ ਬੱਚੇ ਦੀ ਚੰਦਰਮਾ ਗ੍ਰਹਿਣ ਦੇ ਵਿੱਚ ਹੈਗਾ ਵਾ, ਅਫਲੈਕਟਡ ਹੈਗਾ ਵਾ, ਮੂਨ ਇਕਲਿਪਸ ਕਹਿ ਦਿੱਤਾ ਜਾਂਦਾ, 8th ਹਾਊਸ 'ਚ ਬੈਠਾ ਜਾ ਕੇ ਇਕਲਿਪਸ ਦੇ ਵਿੱਚ, ਇਹ ਸਿਰਫ ਇਹ ਚੀਜ਼ ਦੱਸਦਾ ਕਿ ਇਸ ਬੱਚੇ ਦੀ ਮਦਰ ਦੀ ਸਿਹਤ ਖਰਾਬ ਰਹੂਗੀ, ਇਸ ਬੱਚੇ ਦੀ ਮਦਰ ਦਾ ਥੋੜਾ ਜਿਹਾ ਸਟ੍ਰੈਸ ਲੈਵਲ ਜ਼ਿਆਦਾ ਹਾਈ ਰਹਿਣਾ ਵਾ, ਇਹਦੀ ਹੁਣ ਜ਼ਿੰਦਗੀ ਦੀ ਜਿਹੜੀ ਕਹਿ ਲਓ ਜ਼ਿੰਦਗੀ ਜਿੱਦਾਂ ਜਿਉਣੀ ਹੈ ਥੋੜੀ ਜਿਹੀ ਸਟਰਗਲਫੁਲ ਰਹੂਗੀ ਮਦਰ ਦੀ ਲਾਈਫ। ਪਰ ਉਹ ਸਿਰਫ ਇੰਡੀਕੇਟ ਕਰ ਰਿਹਾ ਬੱਚੇ ਦੇ ਪਲੈਨਟ, ਉਹ ਬੱਚੇ ਦੇ ਗ੍ਰਹਿਾਂ ਦਾ ਪ੍ਰਭਾਵ ਨਹੀਂ ਪੈ ਰਿਹਾ, ਦੈਟ ਇਜ਼ ਜਸਟ ਅ ਇੰਡੀਕੇਸ਼ਨ ਕਿ ਉਹਦੇ ਮੂਨ ਦੀ ਸਥਿਤੀ ਕੀ ਆ, ਪਰ ਉਹ ਬੱਚੇ ਦੇ ਗ੍ਰਹਿਾਂ ਕਰਕੇ ਮਾਂ ਨਹੀਂ ਹੋ ਰਹੀ। ਉਦੋਂ ਔਨ ਦਾ ਵਾਈਸ ਵਰਸਾ, ਉਦੋਂ ਜਦੋਂ ਆਪਾਂ ਮਦਰ ਦੇ ਪਲੈਨਟ ਦੇਖਾਂਗੇ, ਮਦਰ ਦੇ ਪਲੈਨਟਸ ਆਰ ਡਿਸਟਰਬਿੰਗ, ਉਹਨਾਂ ਨੂੰ ਆਪ ਕਰਦੇ ਹੋਣਗੇ, ਬੱਚੇ ਕਰਕੇ ਕੋਈ ਚੀਜ਼ ਨਹੀਂ ਹੁੰਦੀ ਹੈਗੀ। ਪਰ ਇਹ ਚੀਜ਼ ਜ਼ਰੂਰ ਹੁੰਦੀ ਆ, ਸਪੋਜ਼ ਕਿਸੇ ਬੱਚੇ ਦਾ ਜਨਮ ਹੋਇਆ ਹੈਗਾ, ਉਹਦਾ ਸੂਰਜ ਬੜਾ ਪੋਜ਼ਿਟਿਵ ਹੈਗਾ, 10ਵੇਂ ਘਰ ਦਾ ਸੂਰਜ ਹੈ, ਕੋਈ ਵੀ ਬੰਦਾ ਹੋਰੋਸਕੋਪ ਚੱਕ ਕੇ ਦੇਖ ਲੈ, ਜਿਹੜੀ ਮੈਂ ਚੀਜ਼ ਕਹਿ ਰਿਹਾ, ਕਿਸੇ ਵੀ ਬੱਚੇ ਦੇ ਹੋਰੋਸਕੋਪ ਦੇ ਵਿੱਚ ਸੂਰਜ ਉੱਚ ਤੇ ਬੈਠਾ ਵਾ ਕੇਂਦਰ ਦੇ ਹਾਊਸਾਂ 'ਚ 7th ਹਾਊਸ ਨੂੰ ਛੱਡ ਕੇ, ਜਾਂ ਕਿਸੇ ਦਾ ਹੋਰੋਸਕੋਪ 'ਚ ਸੂਰਜ 10ਵੇਂ ਘਰ 'ਚ ਬੈਠਾ ਹੈਗਾ ਵਾ, ਕਿਸੇ ਦਾ ਹੋਰੋਸਕੋਪ 'ਚ ਸੂਰਜ 11ਵੇਂ ਘਰ 'ਚ ਬੈਠਾ ਹੈਗਾ, ਇਹੋ ਜਿਹਾ ਬੱਚਾ ਜਿਹੜੇ ਵੀ ਘਰ 'ਚ ਜਨਮ ਜਦੋਂ ਵੀ ਹੋਊਗਾ ਇਸ ਬੱਚੇ ਦਾ, ਉਸ ਦਾ ਬਾਪ ਤਰੱਕੀ ਕਰੂਗਾ ਹੀ ਕਰੂਗਾ, ਉਸ ਦਿਨ ਤੋਂ ਬਾਅਦ ਤਰੱਕੀ ਕਰੂਗਾ ਹੀ ਕਰੂਗਾ, ਕਿਉਂਕਿ ਇੰਡੀਕੇਟ ਕਰ ਰਿਹਾ ਕਿ ਸਨ ਇਸ ਬੱਚੇ ਦੇ ਹੋਰੋਸਕੋਪ 'ਚ ਸਟਰੋਂਗ ਹੋ ਚੁੱਕਿਆ ਵਾ। ਹੁਣ ਸਨ ਦੀ ਜਿਹੜੀ ਅਸਲ 'ਚ ਦਸ਼ਾ ਵਾ ਜਾਂ ਸਨ ਦਾ ਜਿਹੜਾ ਪ੍ਰਭਾਵ ਆ, ਇਹਨਾਂ ਦੀ ਫੈਮਿਲੀ ਤੇ ਮੋਰ ਪੋਜ਼ਿਟਿਵ ਰਿਜ਼ਲਟ ਦਊਗਾ। ਸੇਮ ਕੰਡੀਸ਼ਨ ਮੂਨ ਦੇ ਵਿੱਚ ਹੋ ਸਕਦੀ ਹੈ, ਸਪੋਜ਼ ਮੂਨ 10ਵੇਂ ਘਰ ਦਾ ਹੋ ਸਕਦਾ, ਮੂਨ ਉੱਚ ਤੇ ਬੈਠਾ ਹੋ ਸਕਦਾ, ਮੂਨ 2nd ਹਾਊਸ 'ਚ ਬੈਠਾ ਹੋ ਸਕਦਾ, ਮੂਨ 4th ਹਾਊਸ 'ਚ ਬੈਠਾ ਹੋ ਸਕਦਾ। ਇਸ ਕੰਡੀਸ਼ਨ 'ਚ ਹੁੰਦਾ ਵਾ ਕਿ ਮਦਰ ਦੇ ਸੁੱਖ ਵਧਣਗੇ, ਮਦਰ ਖੁਸ਼ਹਾਲ ਰਹੂਗੀ। ਸੋ ਇਸ ਤਰੀਕੇ ਨਾਲ ਅਸੀਂ ਦੇਖ ਸਕਦੇ ਹਾਂ ਜਦੋਂ ਅਸੀਂ ਸਟੱਡੀ ਕਰਦੇ ਹਾਂ। ਜਿੱਦਾਂ ਕਿ ਸਾਨੂੰ ਹੋਰ ਵੀ ਕਈ ਸਵਾਲ ਆਉਂਦੇ ਨੇ, ਡੇਲੀ ਬੇਸਿਸ ਤੇ ਸਾਨੂੰ ਸਵਾਲ ਆਉਂਦੇ ਨੇ, ਜਿੱਦਾਂ ਅੱਜ ਮੈਰਿਜ ਦੀ ਗੱਲ ਚੱਲਦੀ ਪਈ ਹੈ। ਹਰਪ੍ਰੀਤ ਜੀ ਦਾ ਇੱਕ ਮੈਂ ਰੈਂਡਮ ਸਵਾਲ ਲੈਂਦਾ ਹਾਂ, ਜਿੱਦਾਂ ਕਿ ਉਹਨਾਂ ਨੇ ਭੇਜਿਆ ਕਿ ਉਹ ਆਪਣੇ ਪਾਰਟਨਰ ਦੇ ਨਾਲ ਲਿਵਿੰਗ ਦੇ ਵਿੱਚ ਰਹਿੰਦੇ ਪਏ ਨੇ। ਸੋ ਜੇ ਉਹ ਸਾਲ 2 ਸਾਲ ਲਿਵਿੰਗ ਦੇ ਵਿੱਚ ਰਹਿ ਲੈਂਦੇ ਨੇ ਤੇ ਉਹਨਾਂ ਦੀ ਚੰਗੀ ਨਿਭ ਜਾਂਦੀ ਹੈ, ਤੇ ਫਿਰ ਉਹਨਾਂ ਨੂੰ ਹੋਰੋਸਕੋਪ ਦਿਖਾਉਣ ਦੀ ਜ਼ਰੂਰਤ ਹੈ, ਕਿਉਂਕਿ ਜੇ ਹੁਣ ਪਹਿਲਾਂ ਸਾਲ 2 ਸਾਲ ਚੰਗੀ ਨਿਭ ਗਈ, ਫਿਰ ਹੋ ਸਕਦਾ ਕਿ ਪੂਰੀ ਲਾਈਫ ਵੀ ਚੰਗੀ ਨਿਕਲ ਜਾਵੇ। ਦੇਖੋ ਇਹਦਾ ਮਤਲਬ ਇਹ ਨਹੀਂ ਹੁੰਦਾ ਹੈਗਾ, ਰੀਜ਼ਨ ਇਜ਼ ਕਿਉਂਕਿ ਦੇਖੋ ਹੋਰੋਸਕੋਪ ਦੇ ਜਿਹੜੇ ਜਿੰਨੇ 12 ਘਰ ਨੇ ਜਾਂ 12 ਹਾਊਸਸ ਨੇ, ਸਾਰੇ ਆਪੋ ਆਪਣੀ ਇੱਕ ਇਵੈਂਟ ਦਿੰਦੇ ਨੇ ਲਾਈਫ ਦਾ। ਜਦੋਂ ਹੁਣ ਲਿਵ ਇਨ ਦਾ ਅਸੀਂ ਕਹਿੰਦੇ ਆ ਨਾ, ਇਹਦੇ 'ਚ ਅਸਲ 2nd ਹਾਊਸ, 5th ਹਾਊਸ ਤੇ 11th ਹਾਊਸ ਦਾ ਰਿਜ਼ਲਟ ਮੰਨਿਆ ਜਾਂਦਾ ਵਾ ਕਿ ਇਹ ਹਾਊਸਸ ਅਸਲ 'ਚ ਰਿਜ਼ਲਟ ਦੇ ਰਹੇ ਆ। ਜਦੋਂ ਅਸੀਂ ਮੈਰਿਜ ਦੀ ਗੱਲ ਕਰਦੇ ਆ ਨਾ, ਜ਼ਿੰਦਗੀ 'ਚ ਜਦੋਂ ਵੀ ਕੋਈ ਵੀ ਇਵੈਂਟ ਘਟਦਾ ਵਾ ਤਾਂ ਇੱਕ ਖਾਸ ਹਾਊਸ ਸਾਡਾ ਐਕਟੀਵੇਟ ਹੋ ਜਾਂਦਾ ਵਾ।
ਜਦੋਂ ਸਾਡੇ ਈਗੋ ਨੂੰ ਸੱਟ ਵੱਜਦੀ ਹੈ ਜਾਂ ਸਾਡੇ ਅਹਿਮ ਨੂੰ ਸੱਟ ਵੱਜਦੀ ਹੈ, ਸਾਡਾ ਫਸਟ ਹਾਊਸ ਐਕਟੀਵੇਟ ਹੋ ਜਾਂਦਾ ਵਾ। ਜਦੋਂ ਅਸੀਂ ਘਰ ਖਰੀਦਦੇ ਹਾਂ, ਪ੍ਰਾਪਰਟੀਆਂ ਖਰੀਦਦੇ ਹਾਂ, ਜਾਂ ਆਪਣੀ ਮਦਰਲੈਂਡ ਤੇ ਜਾਂਦੇ ਹਾਂ, ਜਾਂ ਅਸੀਂ ਲਗਜ਼ੂਰੀਅਸ ਕੋਈ ਚੀਜ਼ਾਂ ਲੈ ਕੇ ਆਉਂਦੇ, ਫੋਰਥ ਹਾਊਸ ਐਕਟੀਵੇਟ ਹੋ ਜਾਂਦਾ। ਜਦੋਂ ਅਸੀਂ ਕੰਮ ਕਰਦੇ ਹਾਂ, ਸਾਡਾ 10th ਹਾਊਸ ਐਕਟੀਵੇਟ ਹੋ ਜਾਂਦਾ। ਇਨਸਾਨ ਜਿਸ ਤਰੀਕੇ ਦਾ ਕਰਮ ਕਰਦਾ ਉਸ ਦੇ ਅਕੋਰਡਿੰਗਲੀ ਉਹਦਾ ਹੋ ਹਾਊਸ ਐਕਟੀਵੇਟ ਹੋ ਜਾਂਦਾ। ਜਦੋਂ ਹੁਣ ਲਿਵਨ 'ਚ ਰਹਿ ਰਿਹਾ ਇਸ ਵਕਤ 7th 2nd ਹਾਊਸ 5th ਹਾਊਸ ਤੇ 11th ਹਾਊਸ ਦਾ ਰਿਜ਼ਲਟ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਲਿਵ ਇਨ ਰਹਿ ਲੈ ਤੇ ਸਾਡੀ ਮੈਰਿਜ ਵੀ ਸਕਸੈਸਫੁਲ ਹੋਵੇ, ਹੋ ਨਹੀਂ ਸਕਦੀ। ਕਿਉਂਕਿ ਜਦੋਂ 7th ਹਾਊਸ ਰਿਜ਼ਲਟ ਦੇਣ ਲੱਗਾ, 7th ਹਾਊਸ ਸਪੋਜ਼ ਉਹਦਾ ਤੜਵਾ ਰਿਹਾ ਵਾ, ਮੈਰਿਜ ਨੂੰ ਬ੍ਰੇਕ ਕਰ ਰਿਹਾ, ਤਾਂ 7th ਹਾਊਸ ਦਾ ਰਿਜ਼ਲਟ ਉਹ ਆਊਗਾ ਹੀ ਆਊਗਾ। ਡਜ਼ਨਟ ਮੈਟਰ ਚਾਹੇ ਉਹ 2 ਸਾਲ ਰਹਿ ਕੇ ਦੇ ਲੈ ਜਾਂ 3 ਸਾਲ। ਉਹ ਇੱਕ ਇਵੈਂਟ ਹੈਗਾ ਵਾ ਕਿ ਸਾਡੇ ਲਈ ਆਹ ਚੀਜ਼ ਪਹਿਲਾਂ ਕੀਤੀ ਠੀਕ ਆ, ਪਰ ਹੁਣ ਨੈਕਸਟ ਦਾ ਸਾਨੂੰ ਪਤਾ ਨਹੀਂ, ਹੋ ਸਕਦਾ ਨੈਕਸਟ ਜਿੱਥੇ ਜਾਈਏ ਖਰਾਬ ਹੋਵੇ। ਜਿੱਦਾਂ ਹੁਣ ਆਪਾਂ ਸਪੋਜ਼ ਆਪਾਂ ਕਾਰ ਚੱਕਦੇ ਆ, ਪਹਿਲੇ 5 ਕਿਲੋਮੀਟਰ ਤਾਂ ਚੰਗੇ ਨਿਕਲੇ, ਪਰ ਇਹ ਨਹੀਂ ਹੈਗਾ ਵੀ ਅਗਲੇ 10 ਵੀ ਚੰਗੇ ਨਿਕਲਣਗੇ। ਉਹ ਅਗਲੇ 10 ਦੱਸਣਗੇ ਸ਼ਹਿਰ ਦਾ ਮਾਹੌਲ ਕਿੱਦਾਂ, ਮੇਅਰ ਕਿੱਦਾਂ ਹੈਗਾ ਵਾ, ਉਹ ਤੇ ਪੋਲੀਟਿਕਸ ਕਿੱਦਾਂ ਦੀ ਹੈਗੀ ਆ। ਸੋ ਇਹ 7th ਹਾਊਸ ਫੇਰ ਵੀ ਰਿਜ਼ਲਟ ਦਊਗਾ। ਇਹ ਦੇਖਣਾ ਹੀ ਪੈਣਾ ਵਾ ਕਿ ਸਾਡੇ 7th ਹਾਊਸ ਦਾ ਰਿਜ਼ਲਟ ਕੀ ਆ, ਕਿਉਂਕਿ 7th ਹਾਊਸ ਦਾ ਰਿਜ਼ਲਟ ਆਫਟਰ ਮੈਰਿਜ ਹੀ ਆਉਂਦਾ ਆ। ਸੋ ਇਹ ਸੀਗਾ ਤੁਹਾਡੇ ਸਵਾਲ ਦਾ ਜਵਾਬ ਜੀ। ਤੇ ਬਾਕੀ ਹੋਰ ਵੀ ਤੁਹਾਨੂੰ ਕੋਈ ਸਵਾਲ ਹੋਵੇ ਤੇ ਕੋਈ ਜਵਾਬ ਤੁਸੀਂ ਚਾਹੁੰਦੇ ਹੋ ਤਾਂ ਸਾਨੂੰ ਸੰਪਰਕ ਕਰੋ, ਥੱਲੇ ਨੰਬਰ ਚੱਲਦਾ ਪਿਆ ਸਤਿੰਦਰ ਜੀ ਦਾ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ, ਇਹਨਾਂ ਨਾਲ ਰਾਬਤਾ ਕਰ ਸਕਦੇ ਹੋ। ਸੋ ਫਾਈਨਲੀ ਮੈਂ ਇਹ ਜਾਣਨਾ ਚਾਹੁੰਦਾ ਕਿ ਬੈਟਰ ਤੇ ਗੁੱਡ ਮੈਰਿਜ ਵਾਸਤੇ ਕੀ ਕਰਨਾ ਚਾਹੀਦਾ ਸਾਨੂੰ? ਦੇਖੋ, ਸਭ ਤੋਂ ਪਹਿਲੀ ਗੱਲ ਹੈ ਕਿ ਜਦੋਂ ਬੱਚੇ ਦੀ ਏਜ ਤੁਹਾਡੇ ਨਾ 17 18 ਸਾਲ 19 ਸਾਲ ਹੋ ਜੇ, ਪਹਿਲਾਂ ਤਾਂ ਆਪਣੇ ਬੱਚੇ ਦਾ ਹੋਰੋਸਕੋਪ ਜ਼ਰੂਰ ਇੱਕ ਵਾਰੀ ਮੈਚ ਮੇਕਿੰਗ ਜਾਂ ਕਰਾ ਲਓ, ਜਾਂ ਆਪਣਾ ਹੋਰੋਸਕੋਪ ਦੇਖ ਲਓ ਕਿ ਇਸ ਬੱਚੇ ਦੇ ਹੋਰੋਸਕੋਪ 'ਚ 7th ਹਾਊਸ ਕਿੱਦਾਂ ਦਾ ਹੈਗਾ, ਜਾਂ ਇਹਦੀ ਮੈਰਿਜ ਲਾਈਫ ਕਿੱਦਾਂ ਦੀ ਰਹੂਗੀ। ਜੇ ਉਸ ਬੱਚੇ ਦੇ ਹੋਰੋਸਕੋਪ 'ਚ ਕੋਈ ਪ੍ਰੋਬਲਮ ਹੈਗੀ ਆ, ਉਹਨੂੰ ਪਹਿਲਾਂ ਹੀ ਵਿਆਹ ਤੋਂ ਪਹਿਲਾਂ ਉਪਾਅ ਕਰੋ ਕਿਸੇ ਵੀ ਚੀਜ਼ ਦਾ, ਕਿਉਂਕਿ ਉਹ ਚੀਜ਼ਾਂ ਜ਼ਿਆਦਾ ਇਫੈਕਟਿਵ ਹੋਣਗੀਆਂ ਬਿਫੋਰ ਮੈਰਿਜ। ਆਫਟਰ ਮੈਰਿਜ ਵੀ ਹੋਣਗੀਆਂ ਇਫੈਕਟਿਵ, ਇਹ ਪਰ ਜਿਹੜੀ ਚੀਜ਼ ਆਪਾਂ ਪਹਿਲਾਂ ਕਰ ਸਕਦੇ ਹਾਂ ਪਹਿਲਾਂ ਕਰ ਦਿਓ, ਤਾਂ ਕਿ ਬੱਚੇ ਸਫਰ ਨਾ ਕਰਨ ਉਹ ਚੀਜ਼ ਨੂੰ। ਸੋ ਦਿਸ ਇਜ਼ ਦਾ ਫਸਟ ਥਿੰਗ। ਸੈਕੰਡ ਥਿੰਗ, ਲੈਟਸ ਸੇ ਕਿਸੇ ਨੂੰ ਟਰਬਲ ਆ ਹੀ ਰਹੀ ਆ ਜਾਂ ਮੈਰਿਜ ਲਾਈਫ ਡਿਸਟਰਬਡ ਹੀ ਆ, ਦੇਖੋ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸਲ 'ਚ ਤੁਹਾਡਾ ਸੰਜੋਗ ਨਹੀਂ ਲਿਖਿਆ ਜਾਂ ਤੁਹਾਡੀ ਬਣਨੀ ਨਹੀਂ ਹੈਗੀ। ਕਈ ਵਾਰੀ ਹੁੰਦਾ ਕਿ ਕੋਈ ਵੀ ਆਪਦੀ ਮੈਰਿਜ ਲਾਈਫ ਨਹੀਂ ਡਿਸਟਰਬ ਕਰਨਾ। ਕਈ ਵਾਰੀ ਆਪਾਂ ਕਹਿੰਦੇ ਆ ਵੀ ਹਸਬੈਂਡ ਮੇਰਾ ਇਦਾਂ ਦਾ ਵਾ, ਕੋਈ ਕਹਿੰਦਾ ਮੇਰੀ ਵਾਈਫ ਇਦਾਂ ਦੀ। ਦੇਖੋ ਉਹਨਾਂ ਦਾ ਆਪ ਦਾ ਜੀ ਨਹੀਂ ਕਰਦਾ, ਉਹ ਵੀ ਚਾਹੁੰਦੇ ਸਾਡਾ ਪਰਿਵਾਰ ਖੁਸ਼ਹਾਲ ਰਹੇ। ਸਿਰਫ ਵਕਤ ਇਦਾਂ ਦਾ ਆਇਆ ਹੋਇਆ ਕਿ ਚੀਜ਼ਾਂ ਹੋ ਰਹੀਆਂ ਨੇ, ਵਾਪਰ ਰਹੀਆਂ ਨੇ, ਉਹਨਾਂ ਨੂੰ ਵੀ ਪਤਾ ਨਹੀਂ ਕਿਉਂ ਹੋ ਰਹੀਆਂ ਨੇ, ਕਿਉਂ ਸਾਡੇ ਘਰ 'ਚ ਕਲੇਸ਼ ਹੈਗਾ ਵਾ। ਦੇਖੋ ਆਪਣਾ ਜਦੋਂ ਹੋਰੋਸਕੋਪ ਚੈੱਕ ਕਰੋਗੇ, ਉਹਦੇ 'ਚ ਪਲੈਨਟ ਬੜਾ ਈਜ਼ੀਲੀ ਦੱਸ ਦੂ ਕਿ ਆਹ ਗ੍ਰਹਿ ਦਾ ਪ੍ਰਭਾਵ ਆ, ਇਸ ਕਰਕੇ ਸਾਡੀ ਲਾਈਫ ਖਰਾਬ ਹੋਈ ਆ। ਤੇ ਉਹਦੀ ਜੇ ਰੈਮੇਡੀਜ਼ ਕਰਕੇ ਤੁਹਾਡਾ ਖੁਸ਼ਹਾਲ ਜੀਵਨ ਹੋ ਰਿਹਾ, ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਕਰ ਲੈਣੀ ਚਾਹੀਦੀ ਆ। ਸੋ ਇਹਦੇ ਨਾਲ ਕੀ ਆ, ਹਰੇਕ ਚੀਜ਼ ਦਾ ਹੱਲ ਆ ਅਸਲ ਦੇ ਵਿੱਚ, ਕਿ ਅਸੀਂ ਆਟੋਮੈਟਿਕਲੀ ਜਿਹੜੀ ਚੀਜ਼ ਆ ਪੋਜ਼ਿਟਿਵਲੀ ਉਸ ਚੀਜ਼ ਨੂੰ ਕਰ ਰਹੇ ਹਾਂ। ਪੋਜ਼ਿਟਿਵਲੀ ਅਸੀਂ ਜਿਹੜੀਆਂ ਚੀਜ਼ਾਂ ਨੈਗੇਟਿਵ ਨੇ, ਪੋਜ਼ਿਟਿਵ ਆਊਟਕਮ ਲੈ ਕੇ ਆ ਰਹੇ ਹਾਂ। ਸੋ ਦਿਸ ਇਜ਼ ਦਾ ਬੈਸਟ ਵੇ ਕਿ ਆਪਣਾ ਹੋਰੋਸਕੋਪ ਚੈੱਕ ਕਰ ਲਓ। ਜਦੋਂ ਵੀ ਤੁਹਾਡੇ ਕੋਈ ਕਲੇਸ਼ ਹੋ ਰਿਹਾ ਜਾਂ ਚੀਜ਼ਾਂ ਖਰਾਬ ਹੋ ਰਹੀਆਂ ਨੇ, ਹੋਰੋਸਕੋਪ ਚੈੱਕ ਕਰ ਲਓ, ਦੇਖ ਲਓ, ਉਸ ਤਰੀਕੇ ਦੀ ਰੈਮੇਡੀ ਕਰ ਲਓ। ਸੋ ਦੋਸਤੋ, ਇਹ ਸੀਗੇ ਸਤਿੰਦਰ ਜੀ ਜਿਨ੍ਹਾਂ ਨੇ ਅੱਜ ਸਾਨੂੰ ਵਿਆਹ ਬਾਰੇ, ਮੈਚ ਮੇਕਿੰਗ ਬਾਰੇ ਪੂਰੀ ਜਾਣਕਾਰੀ ਦਿੱਤੀ। ਜੇ ਤੁਹਾਡਾ ਹੋਰ ਵੀ ਕੋਈ ਸਵਾਲ ਹੈ ਤਾਂ ਥੱਲੇ ਨੰਬਰ ਚੱਲ ਰਿਹਾ, ਸਤਿੰਦਰ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ, ਇਹਨਾਂ ਨਾਲ ਰਾਬਤਾ ਕਰ ਸਕਦੇ ਹੋ। ਸੋ ਧੰਨਵਾਦ ਸਤਿੰਦਰ ਜੀ।